विरसे नूं ना सिर्फ पंजाबियों तक बल्कि होरना कम्यूनिटीज़ तक पहुँचाना अपने आप च बड़ा मेहनत वाला शलाघा वाला काम है। ਅਸੀਂ ਆਪਣਾ ਕਲਚਰ ਨੂੰ ਸਾਂਭ ਕੇ ਰੱਖੀਏ, ਅਸੀਂ ਮਾਂ ਬੋਲੀ ਨੂੰ ਸਾਂਭ ਕੇ ਰੱਖੀਏ, ਵਿਰਸੇ ਨੂੰ ਸਾਂਭ ਲਿਆ ਤੇ ਅਸੀਂ ਆਪਣਾ ਅੱਗਾ ਸਾਰਾ ਸਾਂਭ ਲਿਆ। ਗੁਜਰਾਤੀ ਮੁੰਡੇ ਨੂੰ ਮੈਂ ਆਪਣੇ ਹੱਥ ਨਾਲ ਢੋਲ ਸਿਖਾਇਆ ਜੀ, ਗਿੱਧੇ ਦੀ ਟੀਮ ਬਣਾਈ ਜੀ। ਇੱਥੇ ਕੰਪੀਟੀਸ਼ਨ ਹੁੰਦੇ, ਉੱਥੇ ਜੱਜਮੈਂਟ ਦੇਣ ਜਾਣਾ। ਵਧੀਆ ਲੱਗਿਆ ਜੀ ਆਪਣੇ ਕਲਚਰ ਨੂੰ ਤੇ ਭੰਗੜੇ ਨੂੰ ਪ੍ਰਮੋਟ ਕਰਕੇ। ਵਿਰਸੇ ਨੂੰ ਸੰਭਾਲਣ ਦੀ ਅੱਜ ਦਾ ਯੂਥ ਉਹਨਾਂ ਹੱਲਾਸ਼ੇਰੀ ਦਿਖਾ ਰਿਹਾ। ਸਾਡਾ ਨੱਚਣ ਦਾ ਤੇ ਇਹਨਾਂ ਦੇ ਨੱਚਣ ਦਾ ਸਟਾਈਲ ਬਹੁਤ ਫਰਕ ਹੈ। ਅਸੀਂ ਪਿਓਰ ਫੋਕ ਨੱਚਦੇ ਸੀ ਜੀ। ਅੱਜ ਦੇ ਸਮੇਂ ਵਿੱਚ ਰੀਮਿਕਸ ਗਾਣਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਹਦਾ ਪੋਜ਼ਿਟਿਵ ਇੰਪੈਕਟ ਪਿਆ ਜਾਂ ਨੈਗੇਟਿਵ? ਇਹਨਾਂ ਨੂੰ ਮਜਬੂਰ ਕਰੋਗੇ, ਨਹੀਂ ਨੱਚਣਗੇ ਜਾਂ ਕਿ ਬੈਕਅਪ ਕਰ ਦੇਣਗੇ। ਜੋ ਇਹ ਕਰ ਰਹੇ ਨੇ ਮੇਰੇ ਹਿਸਾਬ ਨਾਲ ਠੀਕ ਕਰ ਰਹੇ ਨੇ। ਪ੍ਰਸ਼ੰਸਾ ਕਰਨੀ ਪਏਗੀ ਬੱਚਿਆਂ ਦੀ। ਬਹੁਤ ਵਧੀਆ ਕੰਮ ਕਰ ਰਹੇ ਨੇ, ਬਹੁਤ ਵਧੀਆ ਟੀਮਾਂ ਬਣਾਈਆਂ। ਭੰਗੜੇ ਦੇ ਕੰਪੀਟੀਸ਼ਨ ਹੁੰਦੇ ਨੇ। ਭੰਗੜਾ ਗਿੱਧਾ ਵੀ ਸਿੱਖੀਜ਼ਮ ਨੂੰ ਪ੍ਰਮੋਟ ਕਰਨ ਦੇ ਲਈ, ਪੰਜਾਬੀਆਂ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਅਹਿਮ ਯੋਗਦਾਨ ਜ਼ਰੂਰ ਪਾਉਂਦਾ ਹੈ। ਸਭ ਤੋਂ ਵੱਡੀ ਗੇਮ ਦੇ ਵਿੱਚ ਗਰਾਊਂਡ ਦੇ ਸੈਂਟਰ ਦੇ ਵਿੱਚ ਜਾ ਕੇ ਬੱਚਿਆਂ ਨੇ ਭੰਗੜਾ ਪਾਇਆ। ਵਿਦ ਡੈਸਿਸ ਐਵਰੀਬਾਡੀ ਵਾਸ ਡਾਂਸ। ਆਪਣੇ ਬੱਚਿਆਂ ਨੂੰ ਆਪਣੇ ਸਪੋਰਟਸ ਦੇ ਨਾਲ, ਕਲਚਰ ਦੇ ਨਾਲ, ਗੁਰਦੁਆਰਾ ਸਾਹਿਬ ਦੇ ਨਾਲ ਨਾ ਜੋੜਿਆ, ਭਵਿੱਖ ਤਾਂ ਫਿਰ ਇਦਾਂ ਦਾ ਹੀ ਦਿਸੇਗਾ ਜੀ। ਆਰਗੇਨਾਈਜੇਸ਼ਨ ਕਰ ਰਹੀਆਂ ਨੇ, ਕੋਸ਼ਿਸ਼ ਕਰ ਰਹੀਆਂ ਨੇ ਤੇ ਆਉਣ ਵਾਲੇ ਵਕਤ ਦੇ ਵਿੱਚ ਰਿਜ਼ਲਟ ਵੀ ਮਿਲੇਗਾ ਜੀ। सत श्री अकाल, नमस्कार, आदाब। मैं हाँ पलंदर सिंह विरमानी और प्रोग्राम सिख हाई फ्लायर विच आप सब का एक बार फिर तो स्वागत है। हमेशा जिस तरह मैं कहना कि एक नवे सिख हाई फ्लायर के नाल तुहाडे रूबरू होवांगा। सो अज मैं पहुंचा होया बड़े ही सोहने शहर इलिनॉय दे शिकागो विच और मेरा अज साथ दे रहे ने सरदार परमिंदर सिंह वालिया जी। वालिया साहब बहुत बहुत स्वागत। थैंक यू जी, वेरी मच। सानू अपना कीमती समा देने लई बहुत बहुत। सब तो पहला वी मीडिया का बहुत बहुत धन्यवाद ਜਿਹੜਾ ਕਿ ਸਾਡੇ ਖੂਬਸੂਰਤ ਸ਼ਹਿਰ ਦੇ ਵਿੱਚ ਚੱਲ ਕੇ ਆਇਆ। ਤੁਹਾਡਾ ਅਸੀਂ ਤੁਹਾਨੂੰ ਬਹੁਤ ਦੇਰ ਦੇ ਟੀਵੀ ਤੇ ਖਬਰਾਂ ਪੜ੍ਹਦੇ, ਬੜੇ ਟੀਵੀ ਤੇ ਤੁਹਾਨੂੰ ਦੇਖਿਆ ਜੀ। ਸ਼ੁਕਰੀਆ। ਬੇਕਮਾਲ ਜਦੋਂ ਸਰਦਾਰ ਜੀ ਸਾਡੇ ਕੋਲ ਬਹੁਤ ਘੱਟ ਐਂਕਰ ਨੇ ਸਰਦਾਰ, ਤੇ ਤੁਹਾਡਾ ਜਦੋਂ ਅਸੀਂ ਤੁਹਾਨੂੰ ਦੇਖਦੇ ਸੀਗੇ PTC ਪੰਜਾਬੀ, ਜ਼ੀ ਨਿਊਜ਼, ਜਿੱਥੇ ਲਾ ਗਏ ਕਈ ਵਾਰੀ ਤੇ ਮੈਂ ਸਾਰਾ ਦਿਨ ਬੈਠਾ ਰਹਿੰਦਾ ਤੁਹਾਡੀ ਨਿਊਜ਼ ਦੇਖਣ ਵਾਸਤੇ। ਤੁਹਾਡੇ ਪੱਗ ਬੰਨ੍ਹਣ ਦਾ ਸਟਾਈਲ, ਤੁਹਾਡੇ ਬੇਮਿਸਾਲ। ਥੈਂਕ ਯੂ ਵੈਰੀ ਮਚ ਟੂ ਕਮਿੰਗ ਇਨ ਸ਼ਿਕਾਗੋ। ਤੁਹਾਡਾ ਵੈਲਕਮ ਕਰਦਾ ਤੁਹਾਡੇ ਵੀ ਮੀਡੀਆ ਦਾ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਇੰਨੇ ਖੁੱਲ੍ਹੇ ਦਿਲ ਨਾਲ ਸਾਡੀ ਤਾਰੀਫ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਵੀ ਮੀਡੀਆ ਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸ਼ੁਕਰੀਆ। ਸੋ ਅੱਜ ਸਾਡੇ ਨਾਲ ਸਰਦਾਰ ਪਰਮਿੰਦਰ ਸਿੰਘ ਵਾਲੀਆ ਸਾਹਿਬ ਕਿਉਂ ਨੇ। ਛੋਟੀ ਜਿਹੀ ਇਹਨਾਂ ਦੀ ਪਛਾਣ ਕਰਾਵਾਂਗੇ, ਫਿਰ ਇਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਭੰਗੜੇ ਗਿੱਧੇ ਦੀ ਜੇਕਰ ਗੱਲ ਕਰੀਏ, ਵਿਰਸੇ ਨੂੰ ਸੰਭਾਲਣ ਦੀ ਜੇਕਰ ਗੱਲ ਕਰੀਏ ਤਾਂ ਵਾਲੀਆ ਸਾਹਿਬ ਸਭ ਤੋਂ ਅੱਗੇ ਹੋ ਕੇ ਮੋਢੀ ਰਹੇ ਨੇ। ਕਿਉਂਕਿ ਵੱਖ-ਵੱਖ ਸ਼ਹਿਰਾਂ ਵਿੱਚ ਨਾ ਸਿਰਫ ਪੰਜਾਬ ਬਲਕਿ ਪੰਜਾਬ ਤੋਂ ਬਾਹਰ, ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਵੱਖ-ਵੱਖ ਸ਼ਹਿਰਾਂ ਵਿੱਚ ਇਹਨਾਂ ਨੇ ਵੱਖ-ਵੱਖ ਪੋਲੀਟੀਸ਼ੀਅਨਸ ਦੇ ਸਾਹਮਣੇ, ਧੁਰੰਧਰ ਪੋਲੀਟੀਸ਼ੀਅਨਸ ਦੇ ਸਾਹਮਣੇ ਵੀ ਇਹਨਾਂ ਨੇ ਭੰਗੜੇ ਦੀ ਮਜ਼ਬੂਤ ਪੇਸ਼ਕਾਰੀ ਕੀਤੀ ਹੈ। ਇੱਥੋਂ ਦੇ ਨਾ ਸਿਰਫ ਪੰਜਾਬੀਆਂ ਨੂੰ ਨੱਚਣ ਲਈ ਮਜਬੂਰ ਕੀਤਾ ਬਲਕਿ ਗੋਰਿਆਂ ਨੂੰ ਵੀ ਭੰਗੜਾ ਗਿੱਧਾ ਉਹਦੇ ਵਿੱਚ ਮਸ਼ਰੂਫ ਕਰ ਦਿੱਤਾ। ਆਖਰ ਢੋਲ ਦੀ ਥਾਪ ਤੇ ਕਹਿੰਦੇ ਨੇ ਜਦੋਂ ਭੰਗੜੇ ਪੈਂਦੇ ਨੇ ਤਾਂ ਹਰ ਕੋਈ ਉਛਲ ਕੇ ਸਾਹਮਣੇ ਆਉਂਦਾ। ਸੋ ਗੋਰੇ ਵੀ ਪਿੱਛੇ ਨਹੀਂ ਰਹੇ, ਗੋਰਿਆਂ ਨੇ ਵੀ ਜੰਮ ਕੇ ਇਹਨਾਂ ਦਾ ਸਾਥ ਦਿੱਤਾ ਅਤੇ ਇਹਨਾਂ ਦੀ ਟੀਮ ਵਿੱਚ ਗੋਰਿਆਂ ਨੇ ਵੀ ਜੰਮ ਕੇ ਧਮਾਲਾਂ ਪਾਈਆਂ। ਇਸ ਤੋਂ ਇਲਾਵਾ ਇਹ ਇੱਕ ਖੁਦ ਐਂਟਰਪ੍ਰੈਨਿਓਰ ਵੀ ਨੇ, ਸੋਸ਼ਲ ਵਰਕਰ ਵੀ ਨੇ, ਕਮਿਊਨਿਟੀ ਦਾ ਸਾਥ ਵੀ ਦਿੰਦੇ ਰਹੇ ਨੇ। ਕਮਿਊਨਿਟੀ ਦੇ ਵੱਖ-ਵੱਖ ਪ੍ਰੋਜੈਕਟਸ ਵਿੱਚ ਵੀ ਇਹਨਾਂ ਦਾ ਵਡਮੁੱਲਾ ਯੋਗਦਾਨ ਰਿਹਾ। ਸੋ ਅੱਗੇ ਹੋਰ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ, ਕਿਉਂਕਿ ਵਿਰਸੇ ਨੂੰ ਸੰਭਾਲਣ ਦੀ ਜਿਹੜੀ ਸਾਂਭ ਹੈਗੀ ਹੈ ਬਹੁਤ ਜ਼ਰੂਰੀ ਹੈਗੀ ਹੈ। ਵਿਰਸੇ ਨੂੰ ਸੰਭਾਲਣਾ ਲੋਕੀ ਕਹਿੰਦੇ ਨੇ ਸਿਰਫ, ਲੇਕਿਨ ਉਸ ਵਿਰਸੇ ਨੂੰ ਨਾ ਸਿਰਫ ਪੰਜਾਬੀਆਂ ਤੱਕ ਬਲਕਿ ਹੋਰਨਾਂ ਕਮਿਊਨਿਟੀਜ਼ ਤੱਕ ਪਹੁੰਚਾਉਣਾ ਆਪਣੇ ਆਪ 'ਚ ਬੜਾ ਮਿਹਨਤ ਵਾਲਾ ਸ਼ਲਾਘਾ ਵਾਲਾ ਕੰਮ ਹੈ। ਉਹਦੇ ਲਈ ਮੈਂ ਕਹਾਂਗਾ, ਮੈਂ ਤੁਹਾਨੂੰ ਧੰਨਵਾਦ ਕਰਦਾ ਕਿਉਂਕਿ ਵਿਰਸੇ ਨੂੰ ਤੁਸੀਂ ਸੰਭਾਲੀ ਬੈਠੇ ਹੋ। ਥੈਂਕ ਯੂ ਜੀ। ਜ਼ਰੂਰ ਇਹ ਕਿਸੇ ਨੇ ਤਾਂ ਕਰਨਾ ਨਾ ਵਰਮਾਨੀ ਜੀ। ਇਹ ਜਦੋਂ ਭੰਗੜੇ ਦੀ ਗੱਲ ਕੀਤੀ ਆ, ਆਪਣੇ ਪਿੰਡਾਂ ਦੇ ਵਿੱਚ ਜਾਂ ਉਹ ਵੇਲਿਆਂ ਦੇ ਵਿੱਚ ਬਹੁਤਾ ਵਧੀਆ ਨਹੀਂ ਸਮਝਦੇ ਸੀਗੇ ਕਿ ਭੰਗੜਾ ਪਾਉਂਦਾ ਜੀ, ਪੜ੍ਹ ਲਾ ਜੀ, ਇਹ ਕਰ ਲਾ ਜੀ। ਪਰ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਭੰਗੜਾ ਬੱਚਿਆਂ ਨੂੰ ਤੋਂ ਲੈ ਕੇ, ਮੇਰੇ ਬੱਚੇ ਹੁਣ ਛੋਟੇ ਛੋਟੇ ਨੇ, ਉਹ ਹੁਣ ਸਿਖਾਉਣ ਲੱਗ ਗਏ ਜੀ। ਅਮਰੀਕਾ ਵਿੱਚ ਜੰਮੇ ਹੁਣ ਬੱਚੇ ਇਸ ਵੇਲੇ ਉਹ ਸਿਖਾਉਂਦੇ ਨੇ। ਇਹੀ ਸਾਡੀ ਪਹਿਚਾਣ ਆ। ਸਾਡੀ ਕੋਸ਼ਿਸ਼ ਰਹੀ ਹੈ ਕਿ ਬਾਹਰ ਪ੍ਰਦੇਸ਼ਾਂ ਦੇ ਵਿੱਚ ਆ ਕੇ ਅਸੀਂ ਆਪਣਾ ਕਲਚਰ ਨੂੰ ਸਾਂਭ ਕੇ ਰੱਖੀਏ, ਅਸੀਂ ਮਾਂ ਬੋਲੀ ਨੂੰ ਸਾਂਭ ਕੇ ਰੱਖੀਏ, ਵਿਰਸੇ ਨੂੰ ਸਾਂਭ ਲਿਆ ਤੇ ਅਸੀਂ ਆਪਣਾ ਅੱਗਾ ਸਾਰਾ ਸਾਂਭ ਲਿਆ।
ਬਿਲਕੁਲ। ਜੇਕਰ ਥੋੜਾ ਜਿਹਾ ਪਿਛੋਕੜ ਤੋਂ ਸ਼ੁਰੂ ਕਰਾਂਗੇ ਤਾਂ ਪੰਜਾਬ ਤੋਂ, ਭਾਰਤ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਲੁਧਿਆਣਾ ਤੋਂ ਬਿਲੋਂਗ ਕਰਦਾ ਜੀ। ਲੁਧਿਆਣੇ ਦੇ ਨਾਲ ਹੀ ਪਿੰਡ ਸ਼ੇਰਪੁਰ ਆ ਜੀ, ਜਿਹੜਾ ਕਿ ਹੁਣ ਸ਼ਹਿਰ ਦੇ ਵਿੱਚ ਤਕਰੀਬਨ ਆ ਗਿਆ ਜੀ। ਉੱਥੇ ਮੈਂ ਬਿਲੋਂਗ ਕਰਦਾ, ਪਰ ਮੇਰੇ ਪੇਰੈਂਟਸ ਜਿਹੜੇ ਨੇ ਉਹ ਪਾਕਿਸਤਾਨ ਤੋਂ ਲੈਲਪੁਰ ਤੋਂ ਮੂਵ ਹੋਏ ਸੀ ਜੀ 1947 ਚ, ਤੇ ਸਾਡੀ ਜ਼ਮੀਨ ਸਾਡੀ ਅਲਾਟ ਸ਼ੇਰਪੁਰ ਹੋਈ ਸੀਗੀ। ਜੱਦੀ ਪਿੰਡ ਸਾਡਾ ਗੁੱਜਰਵਾਲਾ। ਠੀਕ ਹੈ। ਤੇ ਪੰਜਾਬ ਤੋਂ ਐਸਾ ਕੀ ਸਬਬ ਬਣਿਆ ਜੋ ਤੁਸੀਂ ਅਮਰੀਕਾ ਦੀ ਧਰਤੀ ਤੇ ਕਦਮ ਰੱਖਿਆ, ਔਰ ਕਿਹੜੇ ਸਾਲ ਚ ਰੱਖਿਆ? ਅਮਰੀਕਾ ਤੋਂ ਪਹਿਲਾਂ ਮੈਂ ਇੰਗਲੈਂਡ ਆਇਆ ਸੀ ਜੀ। ਅੱਛਾ ਜੀ। ਪੰਜਾਬ ਦੀ ਟੀਮ ਆਈ ਸੀ ਉੱਥੇ, ਪੰਜਾਬ ਡੇ ਮਨਾਉਣਾ ਸੀ ਜੀ। ਪੰਜਾਬ ਦੀ ਟੀਮ 'ਚ ਮੈਂ ਭੰਗੜਾ ਪਾਉਣ ਆਇਆ ਸੀ ਜੀ ਉੱਥੇ। ਇਹ ਕਦੋਂ, ਕਿਹੜੇ ਸਾਲ ਦੀ ਗੱਲ ਹੈ? ਇਹ ਆਲਮੋਸਟ 1982 ਦੀ ਗੱਲ ਹੈ ਜੀ। 82 ਦੇ ਵਿੱਚ ਉੱਥੇ ਫਿਰ ਇੱਕ ਉਦੋਂ ਹੀ ਮੌਕਾ ਮਿਲ ਗਿਆ ਜੀ। ਇੱਕ ਹਿੰਦੀ ਫਿਲਮ ਸ਼ੂਟ ਹੋ ਰਹੀ ਸੀ, ਸੁਹਾਗ ਜੀ, ਤੇਰੀ ਰੱਬ ਨੇ ਬਣਾਤੀ ਜੋੜੀ। ਉਹਦੇ 'ਚ ਹਾਈਡ ਪਾਰਕ ਲੰਡਨ ਦੇ ਵਿੱਚ ਸ਼ੂਟਿੰਗ ਹੋਈ। ਪੰਜਾਬ ਡੇ ਬਣਾਇਆ ਜੀ। ਉੱਥੋਂ ਫਿਰ ਅਸੀਂ ਭੰਗੜਾ ਸ਼ੁਰੂ ਕੀਤਾ ਤੇ ਉੱਥੇ ਟੀਮ, ਪਹਿਲੀ ਟੀਮ ਅਸੀਂ ਬਣਾਈ ਸੀ ਦੀ ਗ੍ਰੇਟ ਇੰਡੀਅਨ ਡਾਂਸਰਸ। ਅੱਛਾ। ਬੜੇ ਮਸ਼ਹੂਰ ਹੋਈ ਸੀ ਜੀ ਉਹ। ਉੱਥੇ ਫਿਰ ਕਮਾਲ ਹੀ ਕਰਤੀ ਜੀ, ਬੱਚਿਆਂ ਤੋਂ ਲੈ ਕੇ ਗੋਰਿਆਂ ਤੋਂ ਲੈ ਕੇ, ਕਿ ਤੁਹਾਡੇ ਛੋਟੇ ਵੀਰ ਨੇ ਬਹੁਤ ਜ਼ਿਆਦਾ, ਯਾਨੀ ਕਿ ਵੱਡਾ ਵੀਰ ਆ ਜੀ ਤੁਹਾਡਾ, ਤੁਸੀਂ ਤਾਂ ਮੇਰਾ ਬਿਲਕੁਲ ਬਿਲਕੁਲ। ਪਰ ਭੰਗੜਾ ਸ਼ੁਰੂਆਤ ਹੀ 1982 ਤੋਂ ਇੰਗਲੈਂਡ ਤੋਂ ਸ਼ੁਰੂ ਹੋਈ ਸੀ। ਉਦੋਂ ਜਿੰਨੇ ਵੀ ਗਾਉਣ ਵਾਲੇ ਸੀਗੇ, ਗਾਉਣ ਵਾਲਿਆਂ ਨੇ ਵੀ ਬਹੁਤ ਪ੍ਰਮੋਟ ਕੀਤਾ ਜੀ ਪੰਜਾਬ ਨੂੰ, ਪੰਜਾਬੀਅਤ ਨੂੰ। ਗਾਉਣਾ ਵੀ ਉੱਥੋਂ ਹੀ ਸ਼ੁਰੂ ਹੋਇਆ ਵਾ। ਠੀਕ ਹੈ। ਪਰ ਇੰਗਲੈਂਡ ਤੋਂ ਫਿਰ ਅਮਰੀਕਾ ਦਾ ਸਫ਼ਰ ਕਿਵੇਂ? ਅਮਰੀਕਾ ਜੀ, ਮੇਰੇ ਫਾਦਰ ਸਾਹਿਬ 1984 ਚ ਸਵਰਗਵਾਸ ਹੋ ਗਏ ਸੀ। ਓਹ ਸੋ ਸੌਰੀ। ਫਿਰ ਮੇਰਾ ਛੋਟਾ ਬ੍ਰਦਰ ਇੱਥੇ ਸੀਗਾ, ਉਹ ਬਹੁਤ ਛੋਟਾ ਸੀਗਾ। ਫਿਰ ਮੈਨੂੰ ਉਹਦੇ ਕਰਕੇ ਇੱਥੇ ਨਿਊਯਾਰਕ ਆਉਣਾ ਪਿਆ ਸੀ। ਮੈਂ ਨਿਊਯਾਰਕ ਆਲਮੋਸਟ 1990 ਦੇ ਵਿੱਚ ਆ ਗਿਆ ਸੀ। ਇੱਥੇ ਆ ਕੇ ਵੀ ਵਿਰਸੇ ਨੂੰ ਸੰਭਾਲ ਰੱਖਣ ਦਾ ਜਿਹੜਾ ਯਤਨ ਹੈ ਜ਼ਰੂਰ ਤੁਸੀਂ ਕੀਤਾ, ਪਰ ਲੇਕਿਨ ਸ਼ੁਰੂਆਤੀ ਕਹਿੰਦੇ ਨੇ ਕਿ ਜਦੋਂ ਤੁਸੀਂ ਇੱਕ ਦੇਸ਼ ਛੱਡ ਕੇ ਦੂਸਰੇ ਦੇਸ਼ ਜਾਓ ਤਾਂ ਤੁਹਾਨੂੰ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਕਰਨੀ ਪੈਂਦੀ ਹੈ ਆਪਣੀ ਲਾਈਫ। ਕਿ ਕਿਸ ਤਰ੍ਹਾਂ ਦੇ ਸਟਰਗਲ ਰਹੀ, ਉਹ ਵੀ ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਇੰਗਲੈਂਡ ਦੇ ਵਿੱਚ ਜੀ ਪਹਿਲਾਂ ਤਾਂ ਮੈਨੂੰ ਜੋਬ ਹੀ ਨਹੀਂ ਮਿਲੀ ਜੀ। ਹਾਂਜੀ। ਮੈਂ ਇੰਡੀਆ ਤੋਂ ਆਇਆ ਸੀਗਾ, ਉਹੀ ਦਿਮਾਗ 'ਚ ਮੈਂ ਪ੍ਰੈਜ਼ੀਡੈਂਟ ਜੀ ਤੇ ਮੈਂ ਇਹ ਜੀ ਉਹ ਜੀ, ਤੇ ਕੋਈ ਸੋਸਾਇਟੀਜ਼ ਹੈਂਡੀ ਹੈ ਨਹੀਂ ਸੀ ਜੀ ਕੋਈ। ਤੇ ਉੱਥੇ ਫਿਰ ਮੈਂ ਜੀ ਪਹਿਲੀ ਵਾਰ ਉੱਥੇ ਈਵਨਿੰਗ ਕਲਾਸਿਸ ਹੁੰਦੀਆਂ ਨੇ ਜੀ, ਜਿੱਦਾਂ ਕੋਈ ਬੱਚੇ ਹਿੰਦੀ ਸਿੱਖਣ ਜਾਂਦੇ ਨੇ, ਕੋਈ ਇੰਗਲਿਸ਼ ਸਿੱਖਣ ਜਾਂਦਾ। ਉੱਥੇ ਮੈਂ ਈਵਨਿੰਗ ਕਲਾਸਿਸ ਵਿੱਚ ਭੰਗੜਾ ਸ਼ੁਰੂ ਕੀਤਾ ਸੀ। ਠੀਕ ਹੈ। ਉੱਥੇ ਮੈਨੂੰ 2 ਘੰਟੇ ਦੀ ਜੌਬ ਮਿਲੀ, ਬੜੀ ਮੁਸ਼ਕਲ। ਉਹ ਕਹਿਣ ਮੈਨੂੰ ਸਰਟੀਫਿਕੇਟ ਦਿਖਾਓ, ਕਿੱਥੋਂ ਐਜੂਕੇਸ਼ਨ ਲਈ ਆ ਭੰਗੜੇ ਦੀ। ਉਹ ਕਿਹੜੀ ਜੌਬ ਸੀ? ਭੰਗੜਾ ਸਿਖਾਉਣਾ ਜੀ। ਜੀ ਜੀ। ਤੇ ਉੱਥੇ ਬੜਾ ਵਧੀਆ ਰਿਹਾ ਜੀ। ਉੱਥੋਂ ਫਿਰ ਮੈਂ ਆਇਆ ਜੀ ਆਪਣਾ ਨਿਊਯਾਰਕ ਜੀ। ਨਿਊਯਾਰਕ ਮੇਰਾ ਬ੍ਰਦਰ ਸੀਗਾ। ਉੱਥੋਂ ਫਿਰ ਸਟਰਗਲ, 2 ਹੀ ਭਰਾਵਾਂ ਨੇ, ਅਸੀਂ ਬਹੁਤ ਸਟਰਗਲ ਕੀਤੀ ਜੀ। ਫਿਰ ਅਸੀਂ ਸਟੋਰ ਬਣਾਇਆ ਇੱਕ ਵੈਸਟ ਸਾਈਡ ਸਟੇਸ਼ਨ ਡਾਊਨਟਾਊਨ ਦੇ ਵਿੱਚ ਜੀ। ਉੱਥੋਂ ਫਿਰ ਅਸੀਂ ਗੈਸ ਸਟੇਸ਼ਨਾਂ 'ਚ ਪਏ ਜੀ। ਫਿਰ ਮੇਰਾ ਛੋਟਾ ਬ੍ਰਦਰ ਇੰਡੀਆ ਤੋਂ ਆਇਆ ਸੀ, ਉਹਦੀ ਡੈਥ ਹੋ ਗਈ ਜੀ। ਹੀ ਵਾਜ਼ ਓਨਲੀ 26। ਫਿਰ ਮਨ ਟੁੱਟ ਗਿਆ। ਫਿਰ ਉਸ ਤੋਂ ਬਾਅਦ ਫਿਰ ਮੈਂ ਸ਼ਿਕਾਗੋ ਮੂਵ ਹੋਇਆ ਜੀ। ਠੀਕ ਹੈ। ਸ਼ਿਕਾਗੋ ਕਿੰਨੇ ਸਾਲ ਪਹਿਲਾਂ ਮੂਵ ਹੋਏ ਤੁਸੀਂ? ਮੈਂ 1996 ਦੇ ਵਿੱਚ ਸ਼ਿਕਾਗੋ ਜੀ। ਸ਼ਿਕਾਗੋ ਵਿੱਚ ਵੀ ਤੁਸੀਂ ਬਹੁਤ ਸਾਰੀਆਂ ਸੁਸਾਇਟੀਜ਼ ਨਾਲ ਵੀ ਜੁੜੇ ਹੋਏ ਹੋ, ਭੰਗੜਾ ਇੱਥੇ ਵੀ ਤੁਸੀਂ ਸਿਖਾਉਂਦੇ ਰਹੇ ਫਿਰ? ਹਾਂਜੀ, ਇੱਥੇ ਭੰਗੜੇ ਦੀ ਟੀਮ ਬਣਾਈ ਸੀ ਅਸੀਂ, ਬਹੁਤ ਵਧੀਆ। ਇੱਥੇ ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ PHO ਦੇ ਨਾਲ ਜਾਣੇ ਜਾਂਦੇ ਜੀ। ਅਸੀਂ ਬਹੁਤ ਵਧੀਆ ਟੀਮ ਬਣਾਈ। ਇੱਕ ਗੁਜਰਾਤੀ ਮੁੰਡੇ ਨੂੰ ਮੈਂ ਆਪਣੇ ਹੱਥ ਨਾਲ ਢੋਲ ਸਿਖਾਇਆ ਜੀ। ਇਸ ਵੇਲੇ ਉਹਦਾ ਪ੍ਰੋਫੈਸ਼ਨ ਆ ਢੋਲ ਵਜਾਉਣਾ। ਜਿੰਨੇ ਵੀ ਗਾਉਣ ਵਾਲੇ, ਗੁਜਰਾਤੀ ਮੁੰਡਾ ਜੀ, ਜਿੰਨੇ ਵੀ ਗਾਉਣ ਵਾਲੇ, ਵਿਆਹ ਵਾਲੇ, ਉਹਦਾ ਪ੍ਰੋਫੈਸ਼ਨ ਬਣ ਗਿਆ ਜੀ। ਉੱਥੇ PHO ਦੇ ਵਿੱਚ ਮੈਂ ਇਨਵੋਲਵ ਸੀ ਜੀ। ਮੈਂ ਫਿਰ ਇੱਥੇ ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਨਾਲ ਕੰਮ ਕੀਤਾ ਜੀ। ਤੇ ਟੀਮ ਬਣਾਈ। ਫਿਰ ਗਿੱਧੇ, ਮੇਰੀ ਵਾਈਫ ਸ਼ੀ ਇਜ਼ ਅ ਵੈਰੀ ਗੁੱਡ ਗਿੱਧਾ ਪਲੇਅਰ, ਤੇ ਗਿੱਧੇ ਦੀ ਟੀਮ ਬਣਾਈ ਜੀ। ਬੱਚਿਆਂ ਨੂੰ ਸਿਖਾਇਆ ਜੀ। ਇੱਥੇ ਤਕਰੀਬਨ ਜਿੰਨੇ ਵੀ ਨੇ, ਕੋਈ ਮੇਰੇ ਬੱਚਿਆਂ ਨੂੰ ਸਿਖਾਇਆ, ਇਹਨੇ ਸਿਖਾਇਆ। ਬੜਾ ਵਧੀਆ ਲੱਗਿਆ ਜੀ ਆਪਣੇ ਕਲਚਰ ਨੂੰ ਤੇ ਭੰਗੜੇ ਨੂੰ ਪ੍ਰਮੋਟ ਕਰਕੇ। ਬਿਲਕੁਲ। ਪਰ ਅੱਜ ਦੇ ਸਮੇਂ ਤੁਸੀਂ ਦੇਖਦੇ ਹੋ, ਜਿਵੇਂ ਤੁਸੀਂ ਹੱਲਾਸ਼ੇਰੀ ਕੀਤੀ ਸੀਗੀ ਵਿਰਸੇ ਨੂੰ ਸੰਭਾਲਣ ਦੀ, ਕੀ ਅੱਜ ਦਾ ਯੂਥ ਉਹਨਾਂ ਹੱਲਾਸ਼ੇਰੀ ਦਿਖਾ ਰਿਹਾ? ਜੀ ਹਾਂ ਜੀ, ਬਿਲਕੁਲ ਦਿਖਾ ਰਿਹਾ ਜੀ। ਯੂਨੀਵਰਸਿਟੀਆਂ, ਜਿੰਨੀਆਂ ਵੀ ਯੂਨੀਵਰਸਿਟੀਜ਼ ਨੇ ਇੱਥੇ ਜੀ, ਮੇਰੀ ਬੇਟੀ ਆਪ ਲੋਇਲਾ ਯੂਨੀਵਰਸਿਟੀ ਸੀ, ਉਹਨੇ ਕਲੱਬ ਬਣਾਇਆ ਸੀਗਾ ਜੀ। ਗਿੱਧੇ ਦੀ ਟੀਮ ਬਣਾਈ ਸੀ ਜੀ ਉਹਨੇ ਆਪ, ਭੰਗੜੇ ਦੀ ਟੀਮ ਬਣਾਈ। ਜਿਹੜੀ ਯੂਨੀਵਰਸਿਟੀ ਦੇ ਵਿੱਚ ਬਹੁਤ ਫਸਟ ਕਲਾਸ ਟੀਮਾਂ ਬਣੀਆਂ ਨੇ, ਪਰ ਉਹਨਾਂ ਜਿਹੜਾ ਸਾਡਾ ਨੱਚਣ ਦਾ ਤੇ ਇਹਨਾਂ ਦੇ ਨੱਚਣ ਦਾ ਸਟਾਈਲ ਬਹੁਤ ਫਰਕ ਹੈ। ਅਸੀਂ ਪਿਓਰ ਫੋਕ ਨੱਚਦੇ ਸੀ ਜੀ, ਤੇ ਇਹ ਗਰੁੱਪ ਡਾਂਸਿੰਗ। ਪਰ ਇਹਨਾਂ ਨੂੰ ਪ੍ਰਸ਼ੰਸਾ ਕਰਨੀ ਪਏਗੀ ਬੱਚਿਆਂ ਦੀ। ਦੇ ਆਰ ਡੂਇੰਗ, ਬਹੁਤ ਵਧੀਆ ਕੰਮ ਕਰ ਰਹੇ ਨੇ। ਬਹੁਤ ਵਧੀਆ ਟੀਮਾਂ ਬਣਾਈਆਂ। ਭੰਗੜੇ ਦੇ ਕੰਪੀਟੀਸ਼ਨ ਹੁੰਦੇ ਨੇ ਮੋਸਟਲੀ। ਮੈਂ ਜਿੱਥੇ ਕੰਪੀਟੀਸ਼ਨ ਹੁੰਦੇ ਉੱਥੇ ਜੱਜਮੈਂਟ ਦੇਣ ਜਾਂਦਾ, ਐਜ਼ ਅ ਜੱਜ ਜਾਂਦਾ ਮੈਂ ਜੀ। ਤੇ ਬੇਕਮਾਲ ਜਿੱਦਾਂ ਇਹ ਬੱਚੇ ਕਰ ਰਹੇ ਨੇ, ਬਹੁਤ ਮਨ ਨੂੰ ਖੁਸ਼ ਹੁੰਦੇ ਹਾਂ ਅਸੀਂ। ਠੀਕ ਹੈ। ਜਿਵੇਂ ਤੁਸੀਂ ਆਪ ਹੀ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ ਕਿ ਪਹਿਲਾਂ ਔਰ ਅੱਜ ਦੇ ਨਾਚ ਵਿੱਚ ਦਿਨ ਰਾਤ ਦਾ ਫਰਕ ਆ ਚੁੱਕਾ ਹੈ। ਪਹਿਲਾਂ ਫੋਕ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦਾ ਸੀ, ਅੱਜ ਦੇ ਸਮੇਂ ਵਿੱਚ ਰੀਮਿਕਸ ਗਾਣਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।
ਤੁਹਾਨੂੰ ਲੱਗਦਾ ਹੈ ਕਿ ਇਹਦਾ ਪੋਜ਼ਿਟਿਵ ਇੰਪੈਕਟ ਪਿਆ ਜਾਂ ਨੈਗੇਟਿਵ, ਜਦੋਂ ਤੁਸੀਂ ਆਪਣੀ ਏਜ ਦੇਖਦੇ ਹੋ ਔਰ ਅੱਜ ਦੀ ਏਜ ਤੋਂ ਫਰਕ ਦੇਖਦੇ ਹੋ? ਇਹ 'ਚ ਦੋ ਗੱਲਾਂ ਨੇ ਜੀ। ਜੇ ਤਾਂ ਤੁਸੀਂ ਪਿਓਰ ਫੋਕ ਇਹਨਾਂ ਨੂੰ ਸਿਖਾਓਗੇ, ਪਹਿਲਾਂ ਤਾਂ ਇਹ ਵਿਚਾਰੇ ਸਾਰੇ ਟੀਵੀ ਤੋਂ ਜਾਂ ਉਹਨਾਂ ਤੋਂ ਦੇਖ ਕੇ ਜੀ ਸਿੱਖਦੇ ਨੇ, ਇਹਨਾਂ ਦੀ ਵੱਡੀ ਗੱਲ ਤੇ ਇਹੀ ਬਹੁਤ ਆ। ਜਿਹੜਾ ਫੋਕ ਹੈ, ਫੋਕ ਇਹਨਾਂ ਨੂੰ ਨਚਾਓਗੇ, ਇਹ ਗਰੁੱਪ ਕੁੜੀਆਂ ਮੁੰਡੇ ਇਕੱਠੇ ਹੋ ਕੇ, ਕਿਉਂਕਿ ਇਹਨਾਂ ਦੇ ਟਾਈਮ ਦੇ ਨਾਲ ਤੁਹਾਨੂੰ ਢਲਣਾ ਪੈਂਦਾ ਇਹਨਾਂ ਦੇ ਨਾਲ। ਜੇ ਤੁਸੀਂ ਇਹਨਾਂ ਨੂੰ ਮਜਬੂਰ ਕਰੋਗੇ, ਨਹੀਂ ਨੱਚਣਗੇ ਜਾਂ ਕਿ ਬੈਕਅਪ ਕਰ ਦੇਣਗੇ। ਜੋ ਇਹ ਕਰ ਰਹੇ ਨੇ ਮੇਰੇ ਹਿਸਾਬ ਨਾਲ ਠੀਕ ਕਰ ਰਹੇ ਨੇ ਅੱਜ ਦੇ ਟਾਈਮ ਦੇ ਮੁਤਾਬਕ। ਕਿਉਂਕਿ ਅੱਜ ਕੱਲ੍ਹ ਕਹਿੰਦੇ ਨੇ ਯੂਥ ਫੈਸਟੀਵਲਸ ਜਦੋਂ ਵੱਖ-ਵੱਖ ਕਾਲਜਾਂ ਵਿੱਚ ਹੁੰਦੇ ਨੇ ਤਾਂ ਭੰਗੜਾ ਜੇਕਰ ਨਾ ਹੋਵੇ ਤਾਂ ਉਹ ਯੂਥ ਫੈਸਟੀਵਲ ਅਧੂਰਾ ਹੀ ਮੰਨਿਆ ਜਾਂਦਾ। ਫਿਰ ਭਾਵੇਂ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੇ ਹੋਰ ਸੂਬਿਆਂ ਦੀ ਗੱਲ ਕਰੀਏ, ਜਾਂ ਫਿਰ ਅਮਰੀਕਾ ਕੈਨੇਡਾ ਦੇ ਜਿਹਦੇ ਵਿੱਚ ਜਿੱਥੇ ਪੰਜਾਬੀ ਹੈਗੇ ਨੇ ਸਾਡੇ ਬੱਚੇ, ਉਹਨਾਂ ਦੀ ਗੱਲ ਕਰੀਏ, ਪਰ ਕਿਤੇ ਨਾ ਕਿਤੇ ਜਿਹੜਾ ਯੂਥ ਹੈਗਾ ਉਹ ਹੋਰਨਾਂ ਐਕਟੀਵਿਟੀਜ਼ ਵਿੱਚ ਘਟਦਾ ਜਾ ਰਿਹਾ। ਜੇਕਰ ਮੈਂ ਕਹਾਂ ਗੁਰਦੁਆਰਿਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਘਟਦੀ ਜਾ ਰਹੀ ਹੈ। ਜੇਕਰ ਅਸੀਂ ਮੇਨ ਸਟ੍ਰੀਮ ਪੋਲੀਟਿਕਸ ਦੀ ਗੱਲ ਕਰੀਏ, ਉਹਦੇ ਵਿੱਚ ਵੀ ਸਾਡਾ ਜਿਹੜਾ ਪੰਜਾਬੀਪਣ ਹੈਗਾ, ਪੰਜਾਬੀ ਯੂਥ ਹੈਗਾ, ਅੱਗੇ ਆਉਂਦਾ ਵਿਖਾਈ ਨਹੀਂ ਦੇ ਰਿਹਾ। ਉਹਦਾ ਤੁਸੀਂ ਮੇਨ ਰੀਜ਼ਨ ਕੀ ਸਮਝਦੇ ਹੋ? ਦੇਖੋ ਜੀ, ਪੇਰੈਂਟਸ ਦਾ ਇਨਵੋਲਵਮੈਂਟ ਬਹੁਤ ਆ। ਅਸੀਂ ਜਿੱਦਾਂ ਸਾਡੇ ਗੁਰਦੁਆਰਾ ਸਾਹਿਬ ਨੇ ਇੱਥੇ ਬੱਚਿਆਂ ਲਈ ਕੋਸ਼ਿਸ਼ ਕਰਦੇ ਨੇ, ਪਰ ਬੱਚੇ ਇਨਵੋਲਵ ਨਹੀਂ ਹੁੰਦੇ। ਬੱਚੇ ਸਾਰੇ ਯੂਨੀਵਰਸਿਟੀਆਂ 'ਚ ਨੇ, ਪੜ੍ਹਾਈ ਉਹਨਾਂ ਦੀ ਬਹੁਤ ਸਖਤ ਹੁੰਦੀ ਆ। ਉਹ ਕੰਬੀਨੇਸ਼ਨ ਨਾਲ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਨੇ, ਛੁੱਟੀਆਂ ਬਹੁਤ ਘੱਟ ਹੁੰਦੀਆਂ। ਜਦੋਂ ਹਾਇਰ ਐਜੂਕੇਸ਼ਨ ਚੱਲ ਜਾਂਦੇ ਹੋ, ਬੱਚਿਆਂ ਨੂੰ ਪੜ੍ਹਨ ਦਾ ਟਾਈਮ ਹੀ ਨਹੀਂ ਇਹਨਾਂ ਕੋਲ, ਬਹੁਤ ਘੱਟ ਹੈ। ਪਰ ਜੇ ਅਸੀਂ ਇਹਨਾਂ ਦੇ ਕੁਝ ਪ੍ਰੋਗਰਾਮ ਲਿਖੀਏ ਕਿਸੇ ਅਲੱਗ-ਅਲੱਗ ਤਰ੍ਹਾਂ ਦੇ, ਇਹਨਾਂ ਨੂੰ ਬੱਚਿਆਂ ਨੂੰ ਇਨਵੋਲਵ ਕਰਨਾ ਗੁਰਦੁਆਰਿਆਂ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਆਉਣ ਵਾਲੀ ਪੀੜ੍ਹੀ ਲਾ ਲਓ, ਅਸੀਂ ਦੇ ਸਾਡੇ ਬੱਚੇ, ਸਾਡੇ ਅੱਗੇ ਬੱਚੇ, ਬਹੁਤ ਬੱਚੇ, ਸਾਡਾ ਯੂਥ ਗੁਰਦੁਆਰਿਆਂ 'ਚ ਘਟਦਾ ਹੀ ਜਾ ਰਿਹਾ, ਨਾ ਕਿ ਵੱਧਦਾ ਜਾ ਰਿਹਾ। ਮੈਂ ਇਹ ਬੜੀ ਸਾਡੀ ਮਾੜੀ ਕਿਸਮਤ ਲਾ ਲਓ ਜਾਂ ਕੁਛ ਲਾ ਲਓ ਕਿ ਬੱਚੇ ਇਨਵੋਲਵ ਬਹੁਤ ਘੱਟ ਹੋ ਰਹੇ। ਪਰ ਇਹਦਾ ਇੱਕ ਮੁੱਖ ਕਾਰਨ ਜੇਕਰ ਲੱਭਿਆ ਜਾਏ ਤਾਂ ਕੀ ਕਾਰਨ ਮੰਨਦੇ ਹੋ? ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੀ ਗੁਰਦੁਆਰਿਆਂ ਵਿੱਚ ਧੜੇਬਾਜ਼ੀ ਹੈ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਔਰ ਸਾਡੇ ਜਿਹੜੇ ਬੱਚੇ ਨੇ ਉਹ ਆਪਣਾ ਜਦੋਂ ਭਵਿੱਖ ਦੇਖਦੇ ਨੇ ਕਿ ਅਸੀਂ ਗੁਰਦੁਆਰਿਆਂ ਵਿੱਚ ਜਾਵਾਂਗੇ ਤਾਂ ਸਾਨੂੰ ਵੀ ਹੋ ਸਕਦਾ ਅਸੀਂ ਧੜੇਬਾਜ਼ੀ ਦਾ ਸ਼ਿਕਾਰ ਹੋ ਜਾਈਏ, ਪਰ ਸਾਡੇ ਸਾਹਮਣੇ ਇੱਕ ਬਹੁਤ ਲੰਬੀ ਜ਼ਿੰਦਗੀ ਪਈ ਹੈ, ਬਹੁਤ ਸੋਹਣਾ ਕਰੀਅਰ ਪਿਆ, ਅਸੀਂ ਪਹਿਲਾਂ ਉਸ ਕਰੀਅਰ ਵੱਲ ਧਿਆਨ ਦੇ ਦਈਏ, ਫਿਰ ਦੇਖ ਲਾਂਗੇ। ਕਿਉਂਕਿ ਯੂਥ ਨੂੰ ਜੇਕਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਅਸੀਂ ਸੇਵਾ ਕਰਨ ਲਈ ਤਿਆਰ ਹਾਂ, ਤੁਸੀਂ ਵਲੰਟੀਅਰ ਦੇ ਤੌਰ ਤੇ ਜਿੱਥੇ ਵੀ ਸਾਡੀ ਸੇਵਾ ਲਗਾਓਗੇ ਅਸੀਂ ਆਵਾਂਗੇ, ਸ਼ਿੱਦਤ ਨਾਲ ਤੁਹਾਡੀ ਸੇਵਾ ਕਰਾਂਗੇ। ਪਰ ਲੇਕਿਨ ਜਦੋਂ ਅਸੀਂ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਕਿ ਤੁਸੀਂ ਮੈਨੇਜਮੈਂਟ ਵਿੱਚ ਆਓ, ਟ੍ਰੈਜਰ ਬਣੋ, ਵਾਈਸ ਪ੍ਰੈਜ਼ੀਡੈਂਟ ਬਣੋ, ਸਕੱਤਰ ਬਣੋ, ਸਟੇਜ ਨੂੰ ਸੰਭਾਲੋ, ਆ ਕੇ ਪ੍ਰੈਜ਼ੀਡੈਂਟ ਬਣੋ, ਤਾਂ ਉਹ ਕਹਿੰਦੇ ਨੇ ਕਿ ਸਾਡੇ ਹੱਥ ਜੁੜੇ ਨੇ, ਅਸੀਂ ਨਹੀਂ ਕੰਮ ਕਰਨਾ। ਜਿੰਨੇ ਵੀ ਮੈਂ ਤਾਂ ਵਰਮਾਨੀ ਭਾਜੀ ਕਹਾਂਗਾ ਕਿ ਜਿੰਨੇ ਸਾਡੇ ਸੀਨੀਅਰ ਨੇ, ਸਾਡੇ ਸ਼ਿਕਾਗੋ ਹੀ ਲਾ ਲਓ, ਸਾਡੇ ਬੜੇ ਸੀਨੀਅਰ, ਬੜੀ ਮਿਹਨਤ ਨਾਲ ਗੁਰਦੁਆਰਾ ਬਣਾਇਆ ਜੀ ਇਹਨਾਂ ਨੇ। ਪਹਿਲਾਂ ਟੈਂਟ ਚਲਾਇਆ, ਹੁਣ ਇਸ ਵੇਲੇ ਪ੍ਰਮਾਤਮਾ ਦੀ ਬਹੁਤ ਕਿਰਪਾ ਪਹਿਲਾ ਟਾਈਮ ਗੁਰਦੁਆਰਾ ਸਾਹਿਬ ਤੇ। ਪਰ ਸਾਡੇ ਜਿਹੜੇ ਪੁਰਾਣੇ ਸੀਨੀਅਰ ਨੇ ਸਾਡੇ ਤੋਂ, ਬੱਚਿਆਂ ਨੂੰ ਇਨਕਰੇਜ ਕਰਨਾ ਪਊਗਾ, ਉਹਨਾਂ ਲਈ ਕੋਈ ਪ੍ਰੋਗਰਾਮ ਲਿਆ ਕੇ ਦੇਣੇ ਪੈਣਗੇ ਕਿ ਬੱਚਿਆਂ ਨੂੰ ਤੁਹਾਡੀ ਮੈਨੇਜਮੈਂਟ ਦੇ ਵਿੱਚ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਆਪਣਾ ਭਵਿੱਖ ਗੁਰਦੁਆਰਿਆਂ 'ਚ ਰੱਖਣਾ ਬੱਚਿਆਂ ਲਈ। ਇਹ ਤਾਂ ਜਿਹੜੇ ਸਾਡੇ ਸੀਨੀਅਰ ਨੇ ਉਹ ਕੋਈ ਪ੍ਰੋਗਰਾਮ ਲਿਖਣ ਤੇ ਬੱਚਿਆਂ ਨੂੰ ਇਨਕਰੇਜ ਕਰੀਏ, ਮਾਂ ਪਿਓ ਇਨਕਰੇਜ ਕਰਨ ਕਿ ਬੱਚੇ। ਤੇ ਦੂਸਰਾ, ਬੱਚੇ ਜਿਹੜੇ ਨੇ ਹੁਣ ਜੌਬਸ ਕਰਦੇ ਨੇ ਉਹ ਆ ਸਕਦੇ ਨੇ, ਜ਼ਰੂਰੀ ਜਿਹੜੇ ਪੜ੍ਹਦੇ ਨੇ ਉਹੀ ਆਉਣ, ਜਿਹੜੇ ਆ ਸਕਦੇ ਨੇ। ਹੋ ਸਕਦਾ ਬੱਚੇ ਸਾਡੇ ਕੋਲ ਬੜੇ ਹੋਣਹਾਰ ਬੱਚੇ ਨੇ ਜੀ, ਪੱਗਾਂ ਬੰਨ੍ਹਦੇ ਨੇ, ਬੜੇ ਸਾਡਾ ਜਿਹੜਾ ਕਲਚਰ ਆ ਸ਼ਿਕਾਗੋ ਦਾ ਬਿਊਟੀਫੁਲ, ਇੱਕ ਫੈਮਿਲੀ ਦੀ ਤਰ੍ਹਾਂ ਲੋਕ ਰਹਿੰਦੇ ਨੇ। ਬਿਲਕੁਲ, ਭਾਵੇਂ ਧੜੇ ਵੱਖੋ ਵੱਖਰੇ, ਸਿਰਫ ਵੋਟਾਂ 'ਚ ਇੱਕ ਦਿਨ ਲਈ ਨੇ, ਬਾਕੀ ਦਿਨ ਅਸੀਂ ਵਿਆਹ ਸ਼ਾਦੀਆਂ ਤੇ ਸਾਰੇ ਇਕੱਠੇ ਮਿਲਦੇ ਹਾਂ। ਪਰ ਮੈਂ ਮੈਨੇਜਮੈਂਟ ਨਾਲ ਵੀ ਗੱਲ ਕਰੂੰਗਾ ਕਿ ਅਸੀਂ ਕੁਛ ਨਾ ਕੁਛ ਬੱਚਿਆਂ ਨੂੰ ਇਨਵੋਲਵ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਪ੍ਰੋਗਰਾਮ ਲਿਖਣਾ ਚਾਹੀਦਾ ਵਾ, ਲਿਖਣਾ ਪਵੇਗਾ ਵੀ। ਕਿਉਂਕਿ ਹੁਣ ਤੁਸੀਂ ਦੇਖੋ, ਤੁਸੀਂ ਆਲੇ ਦੁਆਲੇ ਜਿੰਨੇ ਹਰੇਕ ਮਹੱਲੇ ਦੇ ਵਿੱਚ ਚਰਚ ਜਿਹੜੀ ਆ ਖਾਲੀ ਪਈ ਹੈ, ਜਾਂ ਸੇਲ ਤੇ ਆ ਉਹ, ਬਿਲਕੁਲ, ਤੇ ਜਾਂ ਉਹ ਬੰਦ ਪਈ ਹੈ। ਹਾਂਜੀ, ਕਿਉਂਕਿ ਗੁਰਦੁਆਰੇ ਇਹ ਨਾ ਹੋਵੇ ਕਿ ਆਉਣ ਵਾਲੀ 2-4 ਪੀੜ੍ਹੀਆਂ ਬਾਅਦ ਸਾਡੇ ਨਾਲ ਵੀ ਇਹੀ ਹਾਲ ਹੋਵੇ ਜੇ ਅਸੀਂ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਆਪਣੇ ਸਪੋਰਟਸ ਦੇ ਨਾਲ, ਕਲਚਰ ਦੇ ਨਾਲ, ਗੁਰਦੁਆਰਾ ਸਾਹਿਬ ਦੇ ਨਾਲ ਨਾ ਜੋੜਿਆ, ਭਵਿੱਖ ਤਾਂ ਫਿਰ ਇੱਦਾਂ ਦਾ ਹੀ ਦਿਸੇਗਾ ਜੀ। ਬਿਲਕੁਲ ਬਿਲਕੁਲ, ਤੁਸੀਂ ਬਹੁਤ ਸਹੀ ਗੱਲ ਕੀਤੀ ਹੈ। ਦੂਸਰੀ ਗੱਲ ਮੈਂ ਤੁਹਾਡੇ ਨਾਲ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਕਿਉਂਕਿ ਜਦੋਂ ਅਸੀਂ ਘਰ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਲਿਖਾਉਂਦੇ ਹਾਂ, ਉਹਨਾਂ ਨੂੰ ਅਸੀਂ ਇੰਕਰੇਜ ਕਰਦੇ ਹਾਂ ਸਪੋਰਟਸ ਵੱਲ, ਇੰਕਰੇਜ ਕਰਦੇ ਹਾਂ ਕਿ ਤੁਸੀਂ ਇੰਜੀਨੀਅਰ ਬਣ ਜਾਓ, ਲਾਇਰ ਬਣ ਜਾਓ, ਡਾਕਟਰ ਬਣ ਜਾਓ, ਐਂਟਰਪ੍ਰੈਨਿਓਰ ਬਣ ਜਾਓ, ਕੁਛ ਵੀ ਬਣ ਜਾਓ। ਲੇਕਿਨ ਬੱਚਿਆਂ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਸਿਆਸਤ ਵਿੱਚ ਵੀ ਜਾਣਾ ਤੁਸੀਂ। ਕਿਤੇ ਨਾ ਕਿਤੇ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ, ਪੋਲੀਟਿਕਸ ਦੀ ਗੱਲ ਕਰਦੇ ਹਾਂ, ਤਾਂ ਉਸਨੂੰ ਇੱਕ ਬੜੇ ਹੀ ਨੈਗੇਟਿਵ ਤੌਰ 'ਤੇ ਵੇਖਿਆ ਜਾਂਦਾ ਹਰ ਘਰ ਵਿੱਚ। ਅਤੇ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਹੁਣ ਸਿਆਸਤ ਵੱਲ ਜਾਣ ਲਈ ਵੀ ਲਗਾਤਾਰ ਪ੍ਰੇਰਿਤ ਕੀਤਾ ਜਾਣਾ ਚਾਹੀਦਾ? ਨਹੀਂ, ਹੁਣ ਮੇਰੇ ਹਿਸਾਬ ਨਾਲ ਵਰਮਾਨੀ ਜੀ ਕਿ ਬੱਚੇ ਆਉਣ ਵਾਲੇ ਜਿਹੜੇ
ਨੇ ਉਹ ਸ਼ੁਰੂ ਹੋ ਗਏ ਨੇ। ਮੇਰਾ ਆਪਣਾ ਭਤੀਜਾ ਕੈਨੇਡਾ ਦੇ ਵਿੱਚ ਹੀ ਓਨਲੀ 29 ਸਾਲ ਦਾ ਵਕੀਲ ਹੈ, ਉਹ MP ਬਣਿਆ, ਨਾ 2 ਵਾਰੀ MP ਬਣਿਆ ਉਹ ਆਪਣੇ ਲੁਧਿਆਣੇ ਦੇ। ਗਿਣੇ ਚੁਣੇ ਲੋਕ ਹਾਂਜੀ, ਪਰ ਅਗਰ ਅਮਰੀਕਾ, ਉਹੀ ਮੈਂ ਗੱਲ ਕਰ ਰਿਹਾ ਕਿ ਕੈਨੇਡਾ ਦੀ ਜੇਕਰ ਗੱਲ ਕਰੀਏ, ਪਾਰਲੀਮੈਂਟ ਵਿੱਚ ਬਹੁਤ ਸਾਰੇ ਸਿੱਖ ਸਾਡੇ ਬਸ਼ਿੰਦੇ ਗਏ ਨੇ, ਨਾ ਸਿਰਫ ਮਰਦ ਬਲਕਿ ਔਰਤਾਂ ਵੀ ਪਹੁੰਚੀਆਂ ਨੇ, ਪੰਜਾਬੀ ਔਰਤਾਂ ਵੀ ਪਹੁੰਚੀਆਂ ਨੇ। ਪਰ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਦਾ ਕੈਪੀਟਲ ਹਿੱਲ ਜਿਹੜਾ ਖਾਲੀ ਪਿਆ, ਇੱਥੇ ਕੋਈ ਵੀ ਸਰਦਾਰ ਭਰਾ ਸਾਡਾ ਨਹੀਂ ਹੈਗਾ। ਕੁਛ ਨਿਊ ਜਰਸੀ ਦੀ ਗੱਲ ਕਰੀਏ ਤਾਂ ਹਾਂ ਮੇਅਰ ਬਣੇ ਨੇ, ਹੋਰ ਪਾਸੇ ਅਸੀਂ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕਮਿਸ਼ਨਰ ਬਣੇ ਨੇ। ਲੇਕਿਨ ਜਦੋਂ ਅਸੀਂ ਮੇਨ ਸਟ੍ਰੀਮ ਪੋਲੀਟਿਕਸ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਸਾਡਾ ਜਿਹੜਾ ਸਰਦਾਰ ਭਰਾ ਅੱਗੇ ਆਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਹਨਾਂ ਨੂੰ ਇੰਨੀਆਂ ਵੋਟਾਂ ਨਹੀਂ ਮਿਲ ਪਾਉਂਦੀਆਂ ਕਿ ਉਹ ਜਿੱਤ ਤੱਕ ਪਹੁੰਚ ਸਕੇ, ਜਿੱਤ ਦਾ ਸਿਹਰਾ ਪੈ ਸਕੇ। ਅਜਿਹਾ ਕਾਰਨ ਕਿਉਂ? ਸ਼ਿਕਾਗੋ 'ਚ ਜਿੱਦਾਂ ਸਾਡੇ ਕੋਸ਼ਿਸ਼ ਕਰ ਵੀ ਰਹੇ ਨੇ, ਕੀਤੀ ਵੀ ਹੈ, ਪਰ ਜਿਹੜੀ ਸਾਡੇ ਸ਼ਿਕਾਗੋ ਬੇਸਲੀ ਸਾਡੇ ਸਿੱਖ ਜਿਹੜੀ ਕਮਿਊਨਿਟੀ ਹੈ ਬਹੁਤ ਘੱਟ ਹੈ ਜੀ, ਕਿਉਂਕਿ ਟੋਰਾਂਟੋ 'ਚ ਤਾਂ ਸਿੱਖ ਕਮਿਊਨਿਟੀ ਨੇ ਵੋਟਾਂ ਪਾਤੀਆਂ, ਜਿੱਤ ਜਾਣਾ, ਪਰ ਇੱਥੇ ਅਜੇ ਸਮਾਂ ਲੱਗੇਗਾ। ਪਰ ਬੱਚੇ ਕੋਸ਼ਿਸ਼ ਕਰ ਰਹੇ ਨੇ, ਪਰ ਮੇਰਾ ਖਿਆਲ 1-2 ਨੇ ਟਰਾਈ ਵੀ ਕੀਤੀ ਹੈ ਮਿਲਵਾਕੀ ਦੇ ਵਿੱਚ, ਜਾਂ ਉਹੀ ਵੋਟਾਂ ਨਾ ਪੈਣ ਦਾ ਕਾਰਨ ਕਿ ਇੱਕ ਪਗੜੀ ਬੰਨੀ ਹੁੰਦੀ ਹੈ ਇੱਕ ਸਿੱਖ ਕਰਕੇ, ਕਿ ਇੰਨੀ ਸਾਡੇ ਇੱਥੇ ਅਜੇ ਸੰਗਤ ਹੈ ਨਹੀਂ ਗੀ ਕਿ ਇੰਡੀਪੈਂਡੈਂਟ ਖੜ ਕੇ ਸਿਰਫ ਸਿੱਖ ਕਮਿਊਨਿਟੀ ਦੇ ਸਿਰ ਤੇ ਜਿੱਤਿਆ ਜਾਵੇ। ਕਿਉਂਕਿ ਇੱਥੇ ਮੈਂ ਜ਼ਰੂਰ ਕਹਾਂਗਾ ਕਿ ਸਾਨੂੰ ਜਦੋਂ ਅਸੀਂ ਮੇਨ ਸਟ੍ਰੀਮ ਪੋਲੀਟਿਕਸ ਦੀ ਗੱਲ ਕਰਦੇ ਹਾਂ ਤਾਂ ਸਿਰਫ ਸਿੱਖ ਭਾਈਚਾਰੇ ਦੀਆਂ ਵੋਟਾਂ ਨਾਲ ਹੀ ਅਸੀਂ ਜਿੱਤ ਨਹੀਂ ਸਕਦੇ, ਸਾਨੂੰ ਹੋਰਨੀਆਂ ਕਮਿਊਨਿਟੀਜ਼ ਦੀਆਂ ਵੀ ਵੋਟਾਂ ਚਾਹੀਦੀਆਂ ਨੇ। ਸੋ ਅਸੀਂ ਉਹਨਾਂ ਕਮਿਊਨਿਟੀਜ਼ ਵਿੱਚ ਕੀ ਇਹ ਚੰਗਾ ਮੈਸੇਜ ਪਹੁੰਚਾ ਪਾਏ ਹਾਂ ਕਿ ਸਿੱਖ ਕੌਣ ਨੇ, ਇਹ ਦਸਤਾਰਾਂ ਦਾ ਮਤਲਬ ਕੀ ਹੈਗਾ, ਔਰ ਇੱਕ ਉਹ ਦਸਤਾਰ ਜੋ ਹੋਰਨਾਂ ਕਮਿਊਨਿਟੀਜ਼ ਵਿੱਚ ਪਾਈ ਜਾਂਦੀ ਹੈ, ਇੱਕ ਸਿੱਖ ਧਰਮ ਦੀ ਦਸਤਾਰ ਜਿਹੜੀ ਸਾਡੇ ਧਰਮ ਵਿੱਚ ਪਾਈ ਜਾਂਦੀ ਹੈ, ਦੋਨਾਂ ਦਸਤਾਰਾਂ 'ਚ ਫ਼ਰਕ ਕੀ ਹੈ? ਸਾਡੇ ਧਰਮ ਔਰ ਉਹਨਾਂ ਦਾ ਧਰਮ ਵੱਖਰਾ ਵੱਖਰਾ। ਅਸੀਂ ਇਹ ਦੱਸ ਪਾਉਣ ਵਿੱਚ ਸਫਲ ਹੋਏ ਹਾਂ? ਸਫਲ ਹੋ ਰਹੇ ਆ, ਅਜੇ ਹੋਏ ਨਹੀਂ, ਪਰ ਅਵੇਅਰਨੈਸ ਬਹੁਤ ਜ਼ਿਆਦਾ ਹੋਈ ਹੈ। ਪਹਿਲਾਂ ਤਾਂ ਜਦੋਂ 9/11 ਤੋਂ ਬਾਅਦ ਤਾਂ ਬੜੀਆਂ ਪ੍ਰੋਬਲਮਸ ਆਈਆਂ ਨੇ ਜੀ, ਸਪੈਸ਼ਲੀ ਅਸੀਂ ਪੱਗਾਂ ਬੰਨ੍ਹ ਕੇ ਬਾਹਰ ਨਿਕਲ ਕੇ ਡਰਦੇ ਸੀ ਜੀ, ਇਨਸੀਡੈਂਟ ਵੀ ਬਹੁਤ ਹੋਏ ਨੇ। ਪਰ ਹੁਣ ਅਵੇਅਰਨੈਸ ਗੋਰਿਆਂ ਨੂੰ ਹੋ ਗਈ ਹੈ ਕਿਉਂਕਿ ਇੱਕ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਸਾਡੇ ਇੱਥੇ ਵਿਸ਼ੇਸ਼ ਤੌਰ ਤੇ ਸ਼ਿਕਾਗੋ ਦੇ ਵਿੱਚ ਡਾਕਟਰਸ ਬਹੁਤ ਨੇ, ਡਾਕਟਰਸ ਪੱਗਾਂ ਵਾਲੇ ਡਾਕਟਰ ਨੇ। ਫਿਰ ਉਹ ਜਿਹੜੇ ਕਲਾਇੰਟਸ ਨੇ ਉਹਨਾਂ ਦੇ, ਉਹ ਜਦੋਂ ਸਾਨੂੰ ਦੇਖਦੇ ਨੇ, ਉਹ ਮਾਈ ਡਾਕਟਰ ਇਜ਼ ਸਿੱਖ, ਹੈ ਨਾ, ਯੂ ਆਰ ਸਿੱਖ। ਲੋਕਾਂ ਨੂੰ ਅਵੇਅਰਨੈਸ ਹੋ ਰਹੀ ਹੈ, ਟਾਈਮ ਲੱਗੇਗਾ, ਬਟ ਕਿਉਂਕਿ ਆਪਣੇ ਬੱਚੇ ਜਾਂ ਬਿਜ਼ਨਸ ਦੇ ਵਿੱਚ ਤੇ ਮੈਡੀਕਲ ਫੀਲਡ ਦੇ ਵਿੱਚ ਸਾਰੇ ਪਾਸੇ ਅੱਗੇ ਆ ਰਹੇ ਨੇ ਵਿਦ ਟਰਬਨਸ, ਦੈਟ ਦੇ ਆਰ ਡੂਇੰਗ ਗੁੱਡ। ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਬਹੁਤ ਚੇਂਜਸ ਦੇਖੋਗੇ। ਔਰ ਨੈਚੁਰਲੀ ਗੱਲ ਹੈ, ਜਦੋਂ ਅਸੀਂ ਕਾਲਜ ਵਿੱਚ ਬਾਕੀ ਵੱਖਰੇ ਵੱਖਰੇ ਸਟੇਜਾਂ 'ਤੇ ਭੰਗੜਾ ਪਾਉਂਦੇ ਹਾਂ ਔਰ ਗੋਰੇ ਵੀ ਸਾਡੇ ਨਾਲ ਨੱਚਦੇ ਨੇ, ਤਾਂ ਉਹਨਾਂ ਨੂੰ ਵੀ ਪਤਾ ਚੱਲਦਾ ਹੈ ਕਿ ਇਹ ਕਿਸ ਤਰ੍ਹਾਂ ਦਾ ਇੱਕ ਰਿਚ ਕਲਚਰ ਹੈਗਾ ਪੰਜਾਬੀਆਂ ਦਾ, ਸਿੱਖਾਂ ਦਾ ਇੱਕ ਰਿਚ ਕਲਚਰ ਹੈਗਾ ਜਿਸ ਨੂੰ ਉਹ ਅੱਜ ਵੀ ਸੰਭਾਲੀ ਬੈਠੇ ਨੇ। ਸੋ ਮੈਨੂੰ ਲੱਗਦਾ ਇੱਕ ਭੰਗੜਾ ਗਿੱਧਾ ਵੀ ਸਿੱਖੀਜ਼ਮ ਨੂੰ ਪ੍ਰਮੋਟ ਕਰਨ ਦੇ ਲਈ, ਪੰਜਾਬੀਆਂ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਅਹਿਮ ਯੋਗਦਾਨ ਜ਼ਰੂਰ ਪਾਉਂਦਾ। ਬਿਲਕੁਲ ਪਾਉਂਦਾ ਜੀ। ਸਾਡੇ ਇੱਥੇ ਲੋਕਲ ਹੋਇਆ, ਇੱਥੇ PCS ਆਰਗੇਨਾਈਜੇਸ਼ਨ ਹੈ ਜੀ, ਇੱਕ ਪੰਜਾਬੀ ਹੈਰੀਟੇਜ ਆਰਗੇਨਾਈਜੇਸ਼ਨ। ਉਹ ਬੇਸਬਾਲ ਦੀ ਗੇਮ ਹੋਈ ਸੀ, ਦੇਖੋ ਸਭ ਤੋਂ ਵੱਡੀ ਗੇਮ ਦੇ ਵਿੱਚ ਗਰਾਊਂਡ ਦੇ ਸੈਂਟਰ ਦੇ ਵਿੱਚ ਜਾ ਕੇ ਬੱਚਿਆਂ ਨੇ ਭੰਗੜਾ ਪਾਇਆ ਵਿਦ ਡਰੈਸਿਸ, ਐਵਰੀਬਾਡੀ ਵਾਸ ਡਾਂਸ, ਜਾਣੀ ਕਿ ਲੋਕ ਨੱਚ ਰਹੇ ਸੀਗੇ ਉਹਨਾਂ ਦੇ। ਤੇ ਬੜੀ ਵੱਡੀ ਅਚੀਵਮੈਂਟ ਆਰਗੇਨਾਈਜੇਸ਼ਨ ਦੀ। ਆਰਗੇਨਾਈਜੇਸ਼ਨ ਕਰ ਰਹੀਆਂ ਨੇ, ਕੋਸ਼ਿਸ਼ ਕਰ ਰਹੀਆਂ ਨੇ, ਉਹ ਹਰੇਕ ਸਾਲ ਵਿਸਾਖੀ ਮਨਾਉਂਦੇ ਨੇ, ਛੋਟੇ ਛੋਟੇ ਬੱਚੇ ਨੂੰ ਭੰਗੜਾ ਸਿਖਾਉਂਦੇ ਨੇ, ਜਾਣੀ ਕਿ ਕੋਸ਼ਿਸ਼ਾਂ ਜਾਰੀ ਨੇ ਤੇ ਆਉਣ ਵਾਲੇ ਵਕਤ ਦੇ ਵਿੱਚ ਰਿਜ਼ਲਟ ਵੀ ਮਿਲੇਗਾ ਜੀ। ਪਰ ਦੂਜੀ ਗੱਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਨੇ ਵੱਖ-ਵੱਖ ਥਾਵਾਂ 'ਤੇ, ਭਾਵੇਂ ਉਹ ਬੜੀਆਂ ਹੋਈਆਂ ਨੇ, ਅਲੱਗ-ਅਲੱਗ ਕਈ ਸਿੱਖ ਆਰਗੇਨਾਈਜੇਸ਼ਨਸ ਤੁਸੀਂ ਵੀ ਜਾਣਦੇ ਹੋ ਕਈਆਂ ਨੂੰ, ਆਪਣੇ ਆਪਣੇ ਤਰੀਕੇ ਨਾਲ ਸਿੱਖੀਜ਼ਮ ਨੂੰ, ਸਿੱਖ ਕਮਿਊਨਿਟੀ ਨੂੰ ਪ੍ਰਮੋਟ ਕਰਨ ਵਿੱਚ ਲੱਗੀਆਂ ਹੋਈਆਂ ਨੇ। ਪਰ ਤੁਹਾਨੂੰ ਲੱਗਦਾ ਹੈ ਕਿ ਉਹ ਕੋਸ਼ਿਸ਼ਾਂ ਕਾਫੀ ਨੇ ਜਾਂ ਹਾਲੇ ਵੀ ਸਾਨੂੰ ਹੋਰ ਨਵੀਆਂ ਕੋਸ਼ਿਸ਼ਾਂ ਸ਼ੁਰੂ ਕਰਨ ਦੀ ਜ਼ਰੂਰਤ ਹੈ? ਮੇਰੇ ਹਿਸਾਬ ਨਾਲ ਤਾਂ ਨਵੀਂ ਕੋਸ਼ਿਸ਼ਾਂ ਜਿੰਨੀਆਂ ਕੀਤੀਆਂ ਜਾਣ ਉਹ ਬਹੁਤ ਵਧੀਆ ਨੇ। ਕੰਪੀਟੀਸ਼ਨ ਹੋਏਗਾ, ਜਿੰਨਾ ਵੱਧ ਤੋਂ ਵੱਧ ਨਵੇਂ ਆਉਣਗੇ, ਨਵੀਂ ਸੋਚ ਆਏਗੀ, ਜਿੱਦਾਂ ਬੱਚਿਆਂ ਦੇ ਨਾਲ ਲੱਗ ਕੇ ਨਵਾਂ ਯੂਥ ਹੈ ਉਹਨਾਂ ਦੀ ਸੋਚ ਦੇ ਨਾਲ ਤੁਹਾਨੂੰ ਚੱਲ ਕੇ ਉਹਨਾਂ ਦੇ ਮੁਤਾਬਕ ਚੇਂਜਸ ਅਸੀਂ ਲਿਆ ਸਕਦੇ ਹਾਂ ਜੀ। ਆਉਣਗੀਆਂ ਵੀ ਤੇ ਕੋਸ਼ਿਸ਼ਾਂ ਚੱਲ ਵੀ ਰਹੀਆਂ ਨੇ ਤੇ ਆਉਣ ਵਾਲੇ ਵਕਤ 'ਚ ਇਹਦਾ ਰਿਜ਼ਲਟ ਵੀ ਮਿਲੇਗਾ ਜੀ। ਪਰ ਕਿਤੇ ਨਾ ਕਿਤੇ ਧੜੇਬਾਜ਼ੀ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ, ਧੜੇਬਾਜ਼ੀ ਜਿਹੜੀ ਹੈ ਹੁਣ ਖੁੱਲ੍ਹ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਸਿੱਖ ਆਰਗੇਨਾਈਜੇਸ਼ਨਸ ਵਿੱਚ ਵੀ, ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਵੀ ਨਵੇਂ-ਨਵੇਂ ਨਿਤ ਦਿਨ ਗੁਰਦੁਆਰਾ ਸਾਹਿਬ ਵੀ ਖੁੱਲ੍ਹ ਰਹੇ ਨੇ। ਗੁਰਦੁਆਰਾ ਸਾਹਿਬ ਖੁੱਲ੍ਹਣਾ ਚੰਗੀ ਗੱਲ ਹੈ, ਪਰ ਕੀ ਹਉਮੈ ਦੀ ਵਜ੍ਹਾ ਨਾਲ ਇਹ ਗੁਰਦੁਆਰਾ ਸਾਹਿਬ ਖੁੱਲ੍ਹਣੇ ਚੰਗੀ ਗੱਲ ਹੈਗੀ ਹੈ? ਕਿਉਂਕਿ ਇੱਕ ਜਗ੍ਹਾ 'ਤੇ ਕਿਸੇ ਦੀ ਨਹੀਂ ਚੱਲਦੀ, 10 ਮਿੰਟ ਦੀ ਦੂਰੀ 'ਤੇ ਇੱਕ ਨਵਾਂ ਗੁਰਦੁਆਰਾ ਸੁਸ਼ੋਭਿਤ ਕਰ ਲਿਆ ਜਾਂਦਾ ਹੈ। ਕੀ ਇਸ ਨੂੰ ਸਹੀ ਕਦਮ ਮੰਨਿਆ ਜਾ ਸਕਦਾ? ਬਿਲਕੁਲ ਨਹੀਂ ਮੰਨਿਆ ਜਾ ਸਕਦਾ ਜੀ। ਇਹ ਸਾਡੀ ਸਭ ਤੋਂ ਬੈਕ ਫੁੱਟ ਵਾਲੀ ਗੱਲ ਲੈ ਲਓ, ਕਿਉਂਕਿ ਗੁਰਦੁਆਰਾ ਸਾਹਿਬ ਬਣਨੇ ਚਾਹੀਦੇ ਨੇ, ਬਿਲਕੁਲ ਬਣਨੇ। ਕਮਿਊਨਿਟੀ
ਸੰਗਤ ਦੇ ਹਿਸਾਬ ਨਾਲ ਬਣਨੇ ਚਾਹੀਦੇ ਨੇ। ਹੁਣ ਕੋਈ ਇੱਥੇ ਕੋਈ ਸਟੇਟ ਨੇ 10 ਗੁਰਦੁਆਰੇ ਇੱਕ ਸ਼ਹਿਰ ਦੇ ਵਿੱਚ ਕਿਸ਼ਤਾਂ ਦੇ ਨਹੀਂ ਹੋ ਰਹੀ, 100 ਤੋਂ ਵੱਧ ਸੰਗਤ ਹੈ ਨਹੀਂ ਜੀ, ਸਮਝਣਾ। ਈਗੋ ਇਹ ਸਾਨੂੰ ਤੇ ਇੱਕੋ ਹੀ ਗੱਲ ਤੇ ਮੈਂ ਮੁਕਾਊਂਗਾ, ਇਹ ਤਾਂ ਕਲਗੀਆਂ ਵਾਲਾ ਆ ਕੇ ਸਾਨੂੰ ਸਮੱਤ ਬਖਸ਼ੂਗਾ ਤਾਂ ਹੀ ਹੋਊਗਾ, ਨਹੀਂ ਤਾਂ ਅਦਰਵਾਈਜ਼ ਸਾਡੇ ਜਿਹੜਾ ਖਿੱਚਾ ਧੂਇਆ ਇਹ ਤਾਂ ਵੱਧ ਸਕਦੀ ਆ, ਘਟ ਨਹੀਂ ਸਕਦੀ। ਜੇ ਅੱਜ ਇੱਕ ਆਰਗੇਨਾਈਜੇਸ਼ਨ ਆ ਉਹਦੀਆਂ 3 ਤਾਂ ਬਣ ਸਕਦੀਆਂ ਨੇ, 3 ਤੋਂ 1 ਨਹੀਂ ਬਣ ਸਕਦੀ ਹੈਗੀ। ਇਹ ਤਾਂ ਪਤਾ ਨਹੀਂ ਸਾਡੇ ਖੂਨ ਦੇ ਵਿੱਚ ਆ ਜੀ, ਪਤਾ ਆਈ ਡੋਂਟ ਨੋ। ਪਰ ਤੁਹਾਨੂੰ ਲੱਗਦਾ ਕਿ ਕੋਈ ਸਮਾਂ ਆਏਗਾ ਜਦੋਂ ਸਿੱਖ ਆਰਗੇਨਾਈਜੇਸ਼ਨਸ ਇਹ ਧੜੇਬਾਜ਼ੀ ਖਤਮ ਹੋਏਗੀ ਔਰ ਸਾਰੇ ਅਸੀਂ ਇੱਕਮਿਕ ਹੋ ਕੇ ਆਪਣੇ ਇਸ ਤਿਉਹਾਰ ਸਾਂਝੇ ਕਰਾਂਗੇ, ਆਪਣੇ ਗੁਰਪੁਰਬ ਸਾਂਝੇ ਕਰਾਂਗੇ? ਬਿਲਕੁਲ ਆਏਗਾ ਜੀ, ਜਦੋਂ ਇਹ ਸਾਰੇ ਅਸੀਂ, ਮੈਂ ਵੀ ਵਿੱਚ ਹੀ ਹੋਣਾ, ਜਦੋਂ ਅਸੀਂ ਸਾਰੇ ਸ਼ਹੀਦ ਹੋ ਗਏ, ਜਦੋਂ ਨਵੀਂ ਜਨਰੇਸ਼ਨ ਆਏਗੀ ਉਹ ਉਹਨਾਂ ਨੂੰ ਕੋਈ ਨਹੀਂ ਕਿਸੇ ਦਾ, ਉਹਨਾਂ ਨੂੰ ਕੋਈ ਜਾਤ ਨਾਲ ਨਹੀਂ, ਉਹਨਾਂ ਕਿਸੇ ਦਾ ਨਾਲ ਨਹੀਂ। ਜਿੱਦਾਂ ਹੁਣ ਮੈਂ ਬੱਚਿਆਂ ਨੂੰ ਦੇਖਦਾ ਆਪਸ 'ਚ ਖੇਡਦਿਆਂ ਨੂੰ ਤੇ ਆਪਸ 'ਚ ਮਿਲਦੇ ਵਰਤਦੇ ਨੂੰ, ਉਹਨਾਂ ਨੂੰ ਬਿਲਕੁਲ ਹੀ ਹੈ ਨਹੀਂ। ਉਹੀ ਚੇਂਜ ਲਿਆਉਣਗੇ ਜੀ, ਸਾਡੀ ਜਨਰੇਸ਼ਨ ਨੇ ਤਾਂ ਨਹੀਂ ਚੇਂਜ ਲਿਆਉਣੀ, ਪਰ ਆਉਣ ਵਾਲੀ ਜਨਰੇਸ਼ਨ ਬਹੁਤ ਜ਼ਿਆਦਾ ਪੜ੍ਹੀ ਲਿਖੀ ਵੀ ਹੈ, ਸੋਚ ਵੀ ਉਹਨਾਂ ਦੀ ਵੱਖਰੀ ਹੈ, ਕਿਉਂਕਿ ਇੱਥੇ ਅਸੀਂ ਸੋਚ ਤੇ ਸਾਡੀ ਸੋਚ, ਅਸੀਂ ਫੇਰ ਵੀ ਇੰਡੀਆ ਤੋਂ ਆਏ, ਸਾਡਾ ਮਿੱਟੀ ਦਾ ਸਾਡੀ ਖੁਸ਼ਬੂ ਤਾਂ ਉਹੀ ਹੈ ਨਾ ਜੀ, ਸਾਡੀ ਟਾਈਮ ਤਾਂ ਲੱਗੂਗਾ ਨਾ ਜੀ। ਬਿਲਕੁਲ, ਮਿੱਟੀ ਦੀ ਖੁਸ਼ਬੂ ਦੀ ਗੱਲ ਕਰੀਏ, ਚਲੋ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਪੀਰਾਂ ਫਕੀਰਾਂ ਦੀ ਧਰਤੀ, ਨੋ ਡਾਊਟ, ਠੀਕ ਹੈ ਜੀ, 5 ਦਰਿਆਵਾਂ ਦੀ ਧਰਤੀ, ਲੇਕਿਨ ਅੱਜ ਕਹਿੰਦੇ ਨੇ ਕਿ ਇੱਕ 6ਵਾਂ ਦਰਿਆ ਵੀ ਪੰਜਾਬ 'ਚ ਵਗਣ ਲੱਗ ਪਿਆ, ਉਹ ਹੈ ਨਸ਼ਿਆਂ ਦਾ ਦਰਿਆ। ਪਰ ਜਦੋਂ ਅਸੀਂ ਨਸ਼ਿਆਂ ਦੇ ਦਰਿਆ ਦੀ ਗੱਲ ਕਰਦੇ ਹਾਂ, ਲੇਕਿਨ ਅਸੀਂ ਸਿਰਫ ਪੰਜਾਬ ਨੂੰ ਦੇਖਦੇ ਹਾਂ, ਲੇਕਿਨ ਪੰਜਾਬ ਤੋਂ ਬਾਹਰ ਉੱਠ ਕੇ ਦੇਖਿਆ ਜਾਏ, ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, UK ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਮੈਂ ਕਈ ਥਾਵਾਂ 'ਤੇ ਵਿਚ ਰਿਹਾ, ਮੈਂ ਖੁਦ ਦੇਖੇ ਨੇ ਕਿ ਇੱਥੇ ਤਾਂ ਨਸ਼ਿਆਂ ਦਾ ਹੜ੍ਹ ਹੋਰ ਵੀ ਜ਼ਿਆਦਾ ਹੈਗਾ, ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈਗਾ। ਪੰਜਾਬ 'ਚ ਅਗਰ 10 ਤਰ੍ਹਾਂ ਦੇ ਨਸ਼ੇ ਨੇ, ਇੱਥੇ 1000 ਤਰ੍ਹਾਂ ਦੇ ਨਸ਼ੇ ਅਵੇਲੇਬਲ ਨੇ ਔਰ ਲੀਗਲ ਤੌਰ 'ਤੇ ਵਿਕ ਵੀ ਰਹੇ ਨੇ, ਠੀਕ ਹੈ। ਕਈ ਮੈਰਿਜੁਆਨਾ ਜੇਕਰ ਗੱਲ ਕਰੀਏ ਤਾਂ ਇੱਥੇ ਸਰੇਆਮ ਵਿਕ ਰਹੀ ਹੈਗੀ ਹੈ, ਪਰ ਕਿਉਂ ਪੰਜਾਬ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ? ਇਹ ਤਾਂ ਬੜੀ ਲੰਬੀ ਸਾਜ਼ਿਸ਼ ਹੈ ਜੀ। ਨਸ਼ੇ, ਮੈਂ ਕਹੂੰਗਾ ਕਿ ਪੰਜਾਬ ਨਾਲੋਂ ਨਸ਼ੇ ਸਾਡੇ ਇੱਥੇ ਜ਼ਿਆਦਾ ਨੇ ਜੀ। ਤੁਸੀਂ ਦੱਸੋ ਕਿਹੜਾ ਨਸ਼ਾ ਚਾਹੀਦਾ ਤੁਹਾਨੂੰ, ਮਰਜ਼ੀ ਸਟਰੀਟ ਤੋਂ ਲੈ ਲਓ ਜੀ। ਕਿਉਂਕਿ ਪੰਜਾਬ ਦੇਖੋ ਨਾ, ਪੰਜਾਬ ਤੇ ਫਿਲਮਾਂ ਬਣੀਆਂ, ਉੜਤਾ ਪੰਜਾਬ, ਕੋਈ ਗੱਲ ਥੋੜੀ ਹੈ ਜੀ। ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਆ, ਫਿਲਮਾਂ ਤੁਸੀਂ ਨਸ਼ਿਆਂ ਤੇ ਬਣਾ ਰਹੇ ਹੋ। ਨਸ਼ਾ ਕੰਟਰੋਲ ਹੋ ਸਕਦਾ ਜੀ, ਖਤਮ ਨਹੀਂ ਹੋ ਸਕਦਾ। ਇਹ ਤਾਂ ਤੁਸੀਂ ਅਵੇਅਰਨੈਸ ਕਰੋਗੇ ਬੱਚਿਆਂ ਨੂੰ, ਤੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੀ ਅਵੇਅਰਨੈਸ। ਹੁਣ ਇੱਥੇ ਲੀਗਲ ਕਰਤਾ ਜੀ, ਮਰਵਾਨਾ ਲੀਗਲ ਆ, ਤੁਸੀਂ ਜਿੱਥੋਂ ਮਰਜ਼ੀ ਲੈ ਲਓ। ਇੰਡੀਆ ਨੂੰ ਵੀ, ਪੰਜਾਬ ਵਿਸ਼ੇਸ਼ ਤੌਰ ਤੇ ਪੰਜਾਬ ਵੀ, ਸਾਰੇ ਪੰਜਾਬ, ਜਿੱਦਾਂ ਰਾਜਸਥਾਨ 'ਚ ਓਪੀਅਮ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਹੋ। ਬਿਲਕੁਲ ਪੰਜਾਬ 'ਚ ਅੱਗੇ ਡੋਡੇ, ਜਿਹੜੇ ਮਿਹਨਤੀ ਬੰਦੇ ਸੀਗੇ, ਡੋਡੇ ਸਾਈਡ ਇਫੈਕਟ ਉਹਨਾਂ ਦੇ ਕੋਈ ਨਹੀਂ ਗੀ। ਜੇ ਤੁਸੀਂ ਲੀਗਲ ਕਰ ਦਿਓ, ਮੇਰੇ ਹਿਸਾਬ ਨਾਲ ਜਿਹੜੇ ਮਾੜੇ ਨਸ਼ੇ ਨੇ, ਜਿਹੜੇ ਜਾਨ ਹਾਨੀਕਾਰਕ ਨੇ, ਉਹ ਖਤਮ ਹੋ ਜਾਣਗੇ ਜੀ। ਤੇ ਨਹੀਂ ਤਾਂ ਜਿਹੜੇ ਉੱਥੇ ਨਸ਼ੇ ਦੀ ਗੱਲ ਕਰੀਏ, ਐਡਾ ਪੰਜਾਬ 'ਚ ਨਸ਼ਾ ਬਦਨਾਮ ਜ਼ਿਆਦਾ ਪੰਜਾਬ ਨੂੰ ਕੀਤਾ ਜੀ, ਐਡੀ ਕੋਈ ਗੱਲ ਹੈ ਨਹੀਂ ਗੀ। ਨਸ਼ਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਕਿਤੇ ਵੀ। ਦੇਖੋ, ਅਸੀਂ ਅਮਰੀਕਾ 'ਚ ਬੈਠੇ ਹਾਂ, ਅਮਰੀਕਾ ਵਿੱਚ ਵੀ ਬਹੁਤ ਸਾਰੀਆਂ ਐਡਵਾਂਸ ਟੈਕਨੋਲੋਜੀਜ਼ ਹੈਗੀਆਂ ਨੇ, ਪੁਲਿਸ ਕੋਲ ਜਾਂ ਇੱਥੇ ਗਵਰਨਮੈਂਟ ਕੋਲ, ਉਹ ਵੀ ਚਾਹਣ ਤਾਂ ਇੱਕੋ ਸੈਕਿੰਡ 'ਚ ਨਸ਼ਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ, ਲੇਕਿਨ ਉਹ ਵੀ ਨਹੀਂ ਕੰਟਰੋਲ ਕਰ ਪਾਈਆਂ ਇੱਥੇ। ਔਰ ਦਿਨ ਬ ਦਿਨ ਨਸ਼ੇ ਵੱਧ ਰਹੇ ਨੇ, ਗੈਂਗ ਵਾਰਸ ਵੱਧ ਰਹੀਆਂ ਨੇ, ਪਰ ਇਸ ਦਾ ਮਾੜਾ ਪ੍ਰਭਾਵ ਜੇਕਰ ਪੰਜਾਬ 'ਚ ਦੇਖਿਆ, ਪੰਜਾਬ ਨੂੰ ਹੀ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ। ਬਸ ਪੰਜਾਬੀ, ਕਿਉਂਕਿ ਪੰਜਾਬ ਕੱਲਾ ਪੰਜਾਬ ਨੂੰ ਬਦਨਾਮ, ਪੰਜਾਬ ਸ਼ਹੀਦਾਂ 'ਚ ਅੱਗੇ, ਸਾਰਿਆਂ 'ਚ ਅੱਗੇ ਤਾਂ ਪੰਜਾਬ ਹੀ ਤੇ ਅੱਗੇ ਆ ਜੀ ਸਾਰਿਆਂ ਤੋਂ। ਉਹਨਾਂ ਕੋਲ ਜਰੇ ਹੀ ਨਹੀਂ ਜਾਂਦੇ ਪੰਜਾਬੀ ਜੀ। ਤਾਂ ਨਸ਼ੇ ਹੋਰ ਕੋਈ, ਤੁਸੀਂ ਯੂਪੀ ਬਿਹਾਰ 'ਚ ਚਲੇ ਜਾਓ ਜੀ, ਉਹ ਵੀ ਮਾੜੇ ਨਸ਼ੇ ਕਰੀ ਜਾਂਦੇ ਨੇ ਸਾਰੇ। ਨਸ਼ਾ ਸਾਰਾ ਹੀ ਆ, ਪਰ ਪੰਜਾਬ ਛੋਟੀ ਸਟੇਟ ਆ ਜੀ, ਬਹੁਤ ਆਪਣੀ ਅਗਰੈਸਿਵ ਸਟੇਟ ਆ ਜੀ, ਬਾਰਡਰ ਸਟੇਟ ਆ ਜੀ। ਤੁਸੀਂ ਬਾਰਡਰ ਦੇਖੋ ਨਾ, ਕਿੱਥੋਂ ਤੋਂ ਕਿੱਥੋਂ ਤੱਕ ਲੱਗਦਾ। ਹੁਣ ਪੰਜਾਬ ਤੋਂ ਟੱਪ ਕੇ ਸਾਰੇ ਇੰਡੀਆ ਦੇ ਵਿੱਚ, ਹੁਣ ਤੁਸੀਂ ਬੰਬੇ ਚਲੇ ਜਾਓ, 90% ਜਿੰਨੇ ਵੀ ਐਕਟਰਸ ਨੇ ਜਾਂ ਸਾਰੇ ਨਸ਼ੇ ਦੇ ਵਿੱਚ ਇਨਵੋਲਵ ਨੇ ਜੀ। ਪਾਰਟੀਆਂ ਹੁੰਦੀਆਂ ਨੇ ਨਸ਼ਿਆਂ ਦੀ, ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਜੀ। ਸਾਨੂੰ ਨਾ ਪੰਜਾਬ ਹੀ ਇਹਨਾਂ ਨੂੰ ਦਿਸਦਾ ਜੀ। ਪੰਜਾਬ, ਹਾਂ ਨਸ਼ੇ 'ਚ ਕੋਈ, ਨਸ਼ੇ ਕਰਨਾ ਮਾੜੀ ਗੱਲ ਹੈ, ਪਰ ਨਸ਼ੇ ਮੈਂ ਫੇਰ ਕਹੂੰਗਾ ਕਿ ਇੰਨੇ ਵੀ ਨਸ਼ੇ ਨਹੀਂ ਜਿੰਨੇ ਬਾਹਰ ਨਸ਼ੇ ਨੇ, ਬਦਨਾਮ ਜ਼ਿਆਦਾ ਜੀ ਪੰਜਾਬ ਕੀਤਾ ਹੋਇਆ, ਪਰ ਐਡੀ ਗੱਲ ਹੈ ਨਹੀਂ। ਠੀਕ ਹੈ, ਇੱਕ ਹੋਰ ਪੰਜਾਬ ਦੀ ਗੱਲ, ਇੱਕ ਤਾਂ ਨਸ਼ਿਆਂ ਦੇ ਕਰਕੇ ਬਦਨਾਮ ਹੈ, ਦੂਸਰਾ ਪੰਜਾਬ ਬਦਨਾਮ ਹੋ ਰਿਹਾ ਆਇਲਸ ਕਰਕੇ, ਕਿਉਂਕਿ ਆਇਲਸ ਲੋਕੀ ਕਰਨਾ ਚਾਹੁੰਦੇ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਇਲਸ ਕਰ ਲਈਏ, ਕੈਨੇਡਾ ਚਲੇ ਜਾਈਏ, ਆਸਟ੍ਰੇਲੀਆ ਚਲੇ ਜਾਈਏ, ਅਮਰੀਕਾ ਚਲੇ ਜਾਈਏ, ਔਰ ਇੱਥੇ ਤਾਂ ਡਾਲਰਾਂ ਦੀ ਬਰਸਾਤ ਹੋ ਰਹੀ ਹੈ। ਪੰਜਾਬ 'ਚ ਅਸੀਂ ਮਿਹਨਤ ਕਰ ਲਾਂਗੇ, ਕੁਛ ਨਹੀਂ ਮਿਲਣਾ, ਸਾਨੂੰ ਬਾਹਰ ਜਾ ਕੇ ਮਿਲਣਾ। ਪਰ ਇੱਥੇ ਵੀ ਪੰਜਾਬੀ ਜਿਹੜੀ ਹੈਗੀ, ਨੌਜਵਾਨੀ ਜਿਹੜੀ ਹੈਗੀ ਹੈ, ਨਾ ਸਿਰਫ ਪੰਜਾਬ ਦੇ ਬਲਕਿ ਹੋਰ ਵੀ ਕਮਿਊਨਿਟੀਜ਼ ਦੇ ਜਿਹੜੇ ਨੌਜਵਾਨ ਨੇ, ਰੁਲਦੇ ਬਹੁਤ ਜ਼ਿਆਦਾ ਨੇ। ਕੰਮ 100 ਵਿੱਚੋਂ ਸਿਰਫ 40 ਬੰਦਿਆਂ ਨੂੰ ਕੰਮ ਮਿਲਦਾ, ਲੇਕਿਨ 60 ਬੱਚੇ ਅੱਜ ਵੀ ਰੁਲਦੇ ਇੱਥੇ ਫਿਰਦੇ ਨੇ। ਪਰ ਫਿਰ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਬਾਹਰ ਭੱਜ ਰਹੀ ਹੈ। ਇਸ ਨੂੰ ਤੁਸੀਂ ਸਹੀ ਸਮਝਦੇ ਹੋ? ਦੇਖੋ ਜੀ, ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਨੇ। ਦੇਖੋ, ਜਿਹੜੇ ਐਲਿਸ ਕਰਦੇ ਨੇ ਜੀ, ਹਾਈ ਸਕੂਲ ਤੋਂ ਬਾਅਦ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਨੇ ਕਾਲਜ ਜਾਣਾ ਜੀ।
ਉਹ ਦਿਮਾਗ ਸਾਰਾ ਹੀ ਸੀ। ਉਹਨਾਂ ਨੇ ਕਿਸੇ ਨੇ ਡਾਕਟਰ ਬਣਨਾ ਸੀ, ਕਿਸੇ ਨੇ ਇੰਜੀਨੀਅਰ, ਹਾਈ ਸਕੇਲ ਤੇ ਜਾਣਾ ਸੀ ਜੀ। ਉਹ +2 ਕਰਕੇ ਬਾਹਰ ਆ ਗਏ। ਉਹ ਜਿਹੜਾ ਦਿਮਾਗ ਸੀ ਉਹ ਸਾਰਾ ਹੀ ਤਾਂ ਬਾਹਰ ਆ ਰਿਹਾ। ਇਹ ਸਾਨੂੰ ਇਹ ਤੇ ਬਹੁਤ ਜਲਦੀ ਰੋਕਥਾਮ ਲਾਉਣੀ ਚਾਹੀਦੀ ਹੈ। ਇਹ ਪੰਜਾਬ ਸਰਕਾਰ ਕਰ ਵੀ ਰਹੀ ਹੈ, ਕੋਸ਼ਿਸ਼ ਵੀ ਕਰ ਰਹੀ ਹੈ। ਜੱਟਾਂ ਕੋਲੇ ਦੇਖੋ ਜੀ, ਹੁਣ ਅਸੀਂ ਵੀ ਜ਼ਿਮੀਂਦਾਰ ਸੀਗੇ, ਹੁਣ ਜੱਟਾਂ ਕੋਲੇ 2-2 4-4 ਕਿੱਲੇ ਜ਼ਮੀਨ ਰਹਿ ਗਈ ਜੀ। ਹਾਂਜੀ, ਉਹ 1-2 ਕਿੱਲੇ ਵੇਚਤੇ ਜੀ, ਉਹ ਬਾਹਰ ਭੇਜਤਾ ਜੀ। ਬਾਹਰ ਆ ਕੇ ਇੱਥੇ ਵਿਚਾਰੇ ਟਿਊਸ਼ਨ ਫੀਸ ਦੇ ਕੇ, ਤੁਸੀਂ ਹਾਲਤ ਤਾਂ ਦੇਖੋ ਜੀ, ਇੱਕ ਕਮਰੇ ਦੇ ਵਿੱਚ 8-8 10-10 ਜਿੱਦਾਂ ਆਪਣੇ ਭਈਏ ਨਹੀਂ ਰਹਿੰਦੇ ਸੀ, ਇਹ ਉਹਨਾਂ ਦੀ ਹਾਲਤ ਆ। ਇੰਨੀ ਗੰਦੇ, ਸਵੇਰੇ ਸ਼ਾਮ 14-14 ਘੰਟੇ ਕੰਮ ਕਰਨੇ, ਉਹਨਾਂ ਤੇ ਤਰਸ ਆਉਂਦਾ। ਮੈਂ ਤਾਂ ਹੈਰਾਨ ਆ ਜੀ, ਮਾਂ ਪਿਓ ਦੇ ਵਿੱਚ ਉੱਤੇ ਜਿਹੜੇ ਪੰਜਾਬ ਦੇ ਆਪਣੀਆਂ ਬੇਟੀਆਂ ਨੂੰ ਹਾਈ ਸਕੂਲ ਕਰਾ ਕੇ, +2 ਕਰਾ ਕੇ ਉਹ ਵਿਦੇਸ਼ਾਂ 'ਚ ਭੇਜ ਰਹੇ ਨੇ। ਦੇਖੋ, ਬੇਟੀ ਨੂੰ ਭੇਜਣਾ ਜਾਣੀ ਕਿ ਅੱਗੇ ਕੋਈ ਹੈ ਨਹੀਂ, ਗਲਤ। ਹੁਣ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਇੰਨੇ ਗਲਤ ਟਰੈਕ ਤੇ ਸਾਡੇ ਬੱਚੇ ਚਲੇ ਗਏ ਨੇ, ਉਹਨਾਂ ਨੂੰ ਤਰਸਯੋਗ ਆਉਂਦਾ ਜੀ। ਗੁਰਦੁਆਰੇ ਵਾਲੇ ਵੜਨ ਨਹੀਂ ਦਿੰਦੇ ਹੁਣ, ਕਿ ਗੁਰਦੁਆਰੇ ਜਾ ਕੇ ਵਿਚਾਰੇ ਲੰਗਰ ਛਕ ਲੈਂਦੇ ਸੀਗੇ। ਹੁਣ ਇੰਗਲੈਂਡ ਦੇ ਵਿੱਚ ਕੁਝ ਗੁਰਦੁਆਰਿਆਂ ਨੇ ਕੀਤਾ ਕਿ ਤੁਸੀਂ $100 ਦੇ ਦਿਆ ਕਰੋ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਤੁਸੀਂ ਕਰ ਸਕਦੇ ਹੋ। ਪਰ ਇਹ ਤਾਂ ਮੈਂ ਤਾਂ ਸਰਕਾਰਾਂ ਨੂੰ ਵੀ ਕਹੂੰਗਾ, ਪੇਰੈਂਟਸ ਨੂੰ ਵੀ ਕਹੂੰਗਾ ਕਿ ਉੱਥੇ ਵਸੀਲਾ ਕਰੋ ਜੀ। ਮੈਂ ਦੇਖੋ ਜੀ, ਜਦੋਂ ਦਾ ਆਇਆ ਮੇਰਾ ਅੱਜ ਤੱਕ ਪ੍ਰਦੇਸ਼, ਮੈਂ ਬਹੁਤ ਸੌਖਾ ਜੀ, ਪਰਮਾਤਮਾ ਦੀ ਬਹੁਤ ਕਿਰਪਾ, ਪਰ ਦਿਲ ਮੇਰਾ ਪੰਜਾਬ 'ਚ ਹੀ ਹੈ। ਅਜੇ ਤੱਕ ਦਿਲ ਨਹੀਂ ਮੇਰਾ ਲੱਗਿਆ। ਪਰ ਉਹ ਆਪਣੇ ਬੱਚਿਆਂ ਨੂੰ ਕਿੱਡਾ ਵੱਡਾ ਜਿਗਰਾ ਹੋਏਗਾ ਜੀ। ਮੇਰੇ ਬੱਚੇ ਯੂਨੀਵਰਸਿਟੀ ਜਾਂਦੇ ਨੇ 2 ਘੰਟੇ ਦੀ, ਤੇ ਸਾਡਾ ਸਾਰਾ ਟੱਬਰ ਹੀ ਅਸੀਂ ਸੁਸਤ ਜਿਹਾ ਹੋ ਕੇ ਬੈਠੇ ਰਹਿੰਦਾ, ਯਾਰ ਬੱਚੇ ਘਰੋਂ ਚਲੇ ਗਏ। ਸਮਝਣਾ, ਮਾਂ ਪਿਓ ਧੰਨ ਨੇ ਜੀ। ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗਾ ਸੁਣਨ ਵਾਲਿਆਂ ਸਾਰਿਆਂ, ਤੁਹਾਡੇ ਮਾਧਿਅਮ ਰਾਹੀਂ, ਕਿ ਤੁਹਾਨੂੰ ਸਾਰੇ ਸੁਣਦੇ ਨੇ, ਕਿ ਪਲੀਜ਼ ਇੱਥੇ ਸਰਕਾਰਾਂ ਵੀ ਕਰ ਰਹੀਆਂ ਨੇ, ਕਰਨਗੀਆਂ ਵੀ ਸਰਕਾਰਾਂ, ਓਵਰਨਾਈਟ ਤਾਂ ਨਹੀਂ ਹੋਣਾ, ਪਰ ਉੱਥੇ ਰੁਜ਼ਗਾਰ ਹੋਊਗਾ ਜੀ। ਬੱਚੇ, ਸਾਡਾ ਦਿਮਾਗ ਉੱਥੇ ਰਹਿ ਜੂਗਾ। ਜੇ ਇਹੀ ਰਹਿ ਗਿਆ ਜੀ ਆਉਣ ਵਾਲੇ ਵਕਤ ਦੇ ਵਿੱਚ ਪੰਜਾਬ, ਤੇ ਫਿਰ ਯੂਪੀ ਆ ਜੀ। ਉਹ ਤਾਂ ਮੈਂ ਕਈ ਪਿੰਡਾਂ 'ਚ ਜਾ ਕੇ ਦੇਖਿਆ ਜੀ, ਤਾਲੇ ਨੇ, ਯੂਪੀ ਬਣਿਆ। ਮੈਂ ਭਈਏ ਤਾਂ ਨਹੀਂ ਕਹਿਣਾ ਚਾਹੁੰਦਾ, ਯੂਪੀ ਬਣਾਤਾ ਜੀ ਪੰਜਾਬ ਇਹਨਾਂ ਨੇ। ਇੱਕ ਹੋਰ ਬੜੀ, ਅਸੀਂ ਜਦੋਂ ਨੌਜਵਾਨਾਂ ਨਾਲ ਗੱਲ ਕਰਦੇ ਹਾਂ, ਨੌਜਵਾਨ ਕਹਿੰਦੇ ਨੇ ਕਿ ਅਸੀਂ ਮਿਹਨਤ ਕਰਨ ਲਈ ਤਿਆਰ ਹਾਂ ਔਰ ਅਸੀਂ ਪੜ੍ਹੇ ਲਿਖੇ ਵੀ ਹੈਗੇ ਹਾਂ, ਬਹੁਤ ਸਾਰੀਆਂ ਚੀਜ਼ਾਂ ਨੇ, ਲੇਕਿਨ ਇੱਥੇ ਜਦੋਂ ਅਮਰੀਕਾ ਕੈਨੇਡਾ ਦੀ ਧਰਤੀ 'ਤੇ ਅਸੀਂ ਵਿਚਰਦੇ ਹਾਂ, ਸਾਡੀ ਬਾਂਹ ਫੜਨ ਵਾਲਾ ਕੋਈ ਪੰਜਾਬੀ ਨਹੀਂ ਹੁੰਦਾ। ਕਿਤੇ ਨਾ ਕਿਤੇ ਸਾਨੂੰ ਥੱਲੇ ਵੱਲ ਹੀ ਧਕੇਲਿਆ ਜਾਂਦਾ, ਸਾਨੂੰ ਇਹ ਦੱਸਿਆ ਜਾਂਦਾ ਕਿ ਨਹੀਂ, ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰਾਂਗੇ। ਪਰ ਜੇਕਰ ਹੋਰਨਾਂ ਕਮਿਊਨਿਟੀਜ਼ ਦੀ ਗੱਲ ਕਰੀਏ, ਗੁਜਰਾਤੀ ਕਮਿਊਨਿਟੀ ਦੀ ਗੱਲ ਕਰੀਏ, ਤਾਂ ਕਿਤੇ ਨਾ ਕਿਤੇ ਉਹ ਇੱਕ ਦੂਜੇ ਦੀਆਂ ਬਾਂਹ ਫੜ ਕੇ ਉਹਨਾਂ ਨੂੰ ਸੈਟਲ ਕਰਨ ਦੇ ਵਿੱਚ ਕਾਮਯਾਬ ਸਿੱਧ ਹੁੰਦੇ ਨੇ, ਪਰ ਆਪਣੇ ਨਹੀਂ। ਇਹ ਅਜਿਹਾ ਕਿਉਂ? ਦੋ ਪਹਿਲੂ ਨੇ ਜੀ। ਮੇਰੇ ਕੋਲੇ ਤਕਰੀਬਨ 10-12 ਬੱਚੇ ਰਹਿ ਕੇ ਗਏ ਨੇ ਜੀ। ਉਹ ਰੋਟੇਸ਼ਨ ਕਰਨ ਆਉਂਦੇ ਸੀਗੇ ਜੀ, ਡਾਕਟਰ ਨੇ, ਉਹ ਇੱਥੇ ਰਹਿ ਕੇ ਗਏ, ਮੇਰੇ ਕੋਲ ਸਾਲ ਰਹਿ ਕੇ ਗਏ ਨੇ। ਵੈਲਕਮ, ਕਦੇ ਕੋਈ ਘਰ ਵਾਂਗੂ ਰੱਖੇ ਜੀ, ਕਦੇ ਪੈਸਾ ਨਹੀਂ, ਕਾਰ ਵੀ ਦੇਣੀ, ਉਹਨਾਂ ਨੂੰ ਤੇਲ ਵੀ ਪਵਾ ਕੇ ਦੇਣਾ। ਕੁਛ ਜਿਹੜੇ ਬੱਚੇ ਉੱਥੋਂ ਆਏ ਹੋਏ ਨਾ ਜੀ, ਜਿਨ੍ਹਾਂ ਦਾ ਮੇਨ ਮਕਸਦ ਪੜ੍ਹਾਈ ਨੀਗਾ, ਕਿ ਅਸੀਂ ਤਾਂ ਇੱਥੇ PR ਲੈਣੀ ਹੈ ਜੀ, ਉਹ ਸਭ ਤੋਂ ਵੱਡੀ ਪ੍ਰੋਬਲਮ ਜੀ। ਉਹ ਮਾਂ ਪਿਓ ਉਹਨਾਂ ਨੂੰ ਪੈਸੇ ਦੇ ਦਿੰਦੇ, ਪਹਿਲੇ ਦਿਨ ਹੀ ਕਾਰਾਂ ਲੈ ਲੈਂਦੇ ਜੀ। ਉਹ ਨਾ ਵੀ ਉਹਨਾਂ ਦੇ ਨੰਬਰ ਪਲੇਟ ਦੇਖਿਓ, ਬੜੇ ਪੁੱਠੇ ਸਿੱਧੇ ਜਿਹੇ ਨੰਬਰ ਪਲੇਟ ਹੁੰਦੇ। ਉਹੀ ਇੰਡੀਆ ਦਾ ਰਿਵਾਜ, ਗਲੀਆਂ 'ਚ ਖੜੇ ਰਹਿਣਾ ਜੀ। ਉਹੀ ਜਿੱਥੇ ਰਹਿਣਾ, ਘਰਾਂ ਦੇ ਵਿੱਚ ਜਿਨ੍ਹਾਂ ਨੇ ਘਰ ਦਿੱਤੇ ਨੇ, ਉੱਥੇ ਸਾਰਾ ਭੰਨ ਤੋੜ ਕਰ ਦੇਣ। ਨਹੀਂ, ਪਹਿਲਾਂ ਬੜੀ ਮਦਦ ਕੀਤੀ ਹੈ ਜੀ ਆਪਣੇ ਬੰਦਿਆਂ ਨੇ, ਪਰ ਉਹ ਮਦਦ, ਕਈ ਸਾਰੇ ਨਹੀਂ, ਕੋਈ ਮਦਦ ਲੈਣ ਦੇ ਲਾਇਕ ਹੀ ਹੈ ਨਹੀਂ ਗੇ ਜੀ ਉਹਨਾਂ ਵਾਸਤੇ। ਪਰ ਆਪਣੇ ਬੰਦੇ ਪੰਜਾਬੀ ਤਾਂ ਜੀ ਲੋਕਾਂ ਦੀ ਕਿੱਥੇ ਕਿੱਥੇ ਜਾ ਕੇ ਲੰਗਰ ਲਾ ਦਿੰਦੇ ਜੀ। ਆਪਣੇ ਬੱਚੇ ਹੋਣ ਤੇ ਉਹਨਾਂ ਤੋਂ ਅਸੀਂ ਤਾਂ ਗੱਲ ਤੇ ਲਾਵਾਂਗੇ ਜੀ। ਚਲੋ ਵਧੀਆ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਬੇਬਾਕ ਤਰੀਕੇ ਨਾਲ ਜਿਹੜੇ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ, ਕਿਉਂਕਿ ਅਜਿਹੇ ਸਵਾਲਾਂ ਦੇ ਜਿਹੜੇ ਜਵਾਬ ਹੁੰਦੇ ਨੇ ਬਹੁਤ ਜ਼ਰੂਰੀ ਹੋ ਜਾਂਦੇ ਨੇ, ਕਿਉਂਕਿ ਜਿਹੜਾ ਯੂਥ ਹੈਗਾ, ਨੌਜਵਾਨ ਹੈਗਾ, ਉਹ ਆਪਣੇ ਬਜ਼ੁਰਗਾਂ ਵੱਲ ਦੇਖਦਾ ਹੈ, ਕਿਉਂਕਿ ਤੁਸੀਂ ਇੱਕ ਤਜਰਬੇਕਾਰ ਸ਼ਖਸ ਹੈਗੇ ਹੋ ਔਰ ਕਿਤੇ ਨਾ ਕਿਤੇ ਅਮਰੀਕਾ ਨੂੰ, ਕੈਨੇਡਾ ਨੂੰ ਬਹੁਤ ਚੰਗੀ ਤਰ੍ਹਾਂ ਦੇਖਦੇ ਹੋ, ਪਛਾਣਦੇ ਹੋ। ਸੋ ਤੁਹਾਡੇ ਵੱਲੋਂ ਕਈਆਂ ਗੱਲਾਂ ਜ਼ਰੂਰ ਯੂਥ ਤੱਕ ਪਹੁੰਚਣਗੇ ਔਰ ਯੂਥ ਇਹਨਾਂ ਗੱਲਾਂ ਤੋਂ ਹੀ ਸਿੱਖ ਕੇ ਅੱਗੇ ਵਧਣ ਲਈ ਪ੍ਰੇਰਿਤ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਨਾਈਸ। ਤੁਸੀਂ ਜਦੋਂ ਵੀ ਸ਼ਿਕਾਗੋ ਆਓ, ਪਲੀਜ਼ ਸਾਡੇ ਕੋਲ ਆਉਣਾ। ਤੇ ਜਿਹੜਾ ਤੁਹਾਡਾ ਚੈਨਲ ਬਿਊਟੀਫੁਲ, ਤੁਸੀਂ, ਮੈਂ ਤਾਂ ਪਹਿਲਾਂ ਵੀ ਦੱਸ ਕੇ ਹਟਿਆ, ਤੁਹਾਡੀਆਂ ਖਬਰਾਂ ਜਦੋਂ ਤੁਸੀਂ ਪੜ੍ਹਦੇ ਬੜਾ ਮਨ ਖੁਸ਼ ਹੋ ਜਾਂਦਾ ਜੀ। ਪਰਮਾਤਮਾ ਤੁਹਾਡੇ ਬੜੇ ਲੰਬੀ ਰੇਸ ਦੇ ਘੋੜੇ ਹੋ ਜੀ ਤੁਸੀਂ, ਤੇ ਪਰਮਾਤਮਾ ਇਦਾਂ ਹੀ ਤੁਹਾਨੂੰ ਕਾਮਯਾਬੀ ਬਖਸ਼ੇ ਤੇ ਆਪਾਂ ਮੁਲਾਕਾਤ ਕਰਦੇ ਰਵਾਂਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਇਹ ਸਨ ਸਰਦਾਰ ਪਰਮਿੰਦਰ ਸਿੰਘ ਵਾਲੀਆ ਸਾਹਿਬ। ਭੰਗੜੇ ਦੀ ਥਾਪ ਤੇ ਲੋਕਾਂ ਨੂੰ ਨਚਾਉਂਦੇ ਨੇ ਔਰ ਕਿਤੇ ਨਾ ਕਿਤੇ ਵਿਰਸੇ ਨੂੰ ਸੰਭਾਲੀ ਬੈਠੇ ਨੇ, ਪਰ ਸਾਫ਼ ਤੌਰ 'ਤੇ ਇਹਨਾਂ ਦਾ ਕਹਿਣਾ ਕਿ ਨੌਜਵਾਨ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ, ਨੌਜਵਾਨ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਅਮਰੀਕਾ, ਕੈਨੇਡਾ ਵਿੱਚ ਤਰੱਕੀ ਤਾਂ ਹਾਸਲ ਕੀਤੀ ਜਾ ਸਕਦੀ ਹੈ, ਪਰ ਜੋਸ਼, ਜਜ਼ਬਾ ਜ਼ਰੂਰ ਤੁਹਾਡੇ ਅੰਦਰ ਹਮਲੇ ਮਾਰਦਾ ਹੋਣਾ ਚਾਹੀਦਾ। ਤਾਂ ਹੀ ਤੁਸੀਂ ਇੱਕ ਕਾਮਯਾਬ ਇਨਸਾਨ ਬਣ ਸਕਦੇ ਹੋ, ਕਾਮਯਾਬ ਪੰਜਾਬੀ, ਕਾਮਯਾਬ ਸਿੱਖ ਬਣ ਸਕਦੇ ਹੋ, ਅਤੇ ਫਿਰ ਤੁਸੀਂ ਵੀ ਕਹਿਲਾ ਸਕਦੇ ਹੋ ਸਿੱਖ ਹਾਈ ਫਲਾਇਰ। ਸੋ ਅੱਜ ਅਸੀਂ ਮਿਲ ਕੇ ਕਿਹਾ ਸਰਦਾਰ ਪਰਮਿੰਦਰ ਸਿੰਘ ਵਾਲੀਆ ਸਾਹਿਬ ਨੂੰ
ਸਿੱਖ ਹਾਈ ਫਲਾਇਰ। ਪਰ ਅਗਲੇ ਹਫਤੇ ਇੱਕ ਹੋਰ ਸ਼ਖਸ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲੰਦਰ ਸਿੰਘ ਵਰਮਾ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵੀ ਮੀਡੀਆ ਦੇ ਨਾਲ। ਧੰਨਵਾਦ।